ਅਗਲਾ ਸਵਾਲ ਸਿੱਧਾਂ ਦਾ ਹੈ। ਆਦ ਕਉ ਕਵਨ ਵਿਚਾਰ ਕਥੀਅਲੇ ਸੁਨ ਕਹਾਂ ਕਰਵਾਸੋ। ਆਦ ਕਉ ਇੱਥੇ ਥੋੜਾ ਰੁਕਣਾ ਹੈ। ਆਦ ਕਉ ਕਵਨ ਵਿਚਾਰ ਕਥੀਅਲੇ ਸੁਨ ਕਹਾਂ ਕਰਵਾਸੋ। ਆਦ ਕਉ ਦਾ ਮਤਲਬ ਮੁੱਢ, ਆਰੰਭ, ਜਗਤ ਰਚਨਾ ਦਾ ਮੁੱਢ। ਕਥੀਅਲੇ ਦਾ ਅਰਥ ਹੈਗਾ ਕਿਹਾ ਜਾਂਦਾ ਹੈ। ਸੁਨ ਦਾ ਮਤਲਬ ਅਫੁਰ ਪ੍ਰਭੂ, ਨਿਰਗੁਣ ਸਰੂਪ ਜਿਹੜਾ ਹੈ ਪ੍ਰਭੂ ਦਾ, ਉਹਨੂੰ ਇੱਥੇ ਸੁਨ ਕਹਿ ਰਹੇ ਨੇ। ਕਹਾਂ ਘਰਵਾਸੋ, ਘਰਵਾਸੋ ਦਾ ਮਤਲਬ ਟਿਕਾਣਾ, ਉਹਦਾ ਅਸਥਾਨ ਕਿੱਥੇ ਸੀ, ਉਹਦਾ ਟਿਕਾਣਾ ਕਿੱਥੇ ਸੀ। ਤਾਂ ਸਵਾਲ ਹੈ ਪੂਰਾ, ਤੁਸੀਂ ਸ੍ਰਿਸ਼ਟੀ ਦੇ ਮੁੱਢ ਦਾ ਕੀ ਵਿਚਾਰ ਦੱਸਦੇ ਹੋ। ਗੁਰੂ ਨਾਨਕ ਦੇਵ ਜੀ ਤੋਂ ਪੁੱਛ ਰਹੇ ਨੇ ਕਿ ਤੁਹਾਡੇ ਮੁਤਾਬਕ ਜੋ ਸ੍ਰਿਸ਼ਟੀ ਦੇ ਮੁੱਢ ਦਾ ਕੀ ਵਿਚਾਰ ਹੈ, ਔਰ ਜੋ ਨਿਰਗੁਣ ਸਰੂਪ ਪ੍ਰਭੂ ਸੀ ਅਫੁਰ, ਉਹਦਾ ਟਿਕਾਣਾ ਕਿੱਥੇ ਸੀ, ਉਹ ਕਿੱਥੇ ਸੀ। ਗਿਆਨ ਕੀ ਮੁਦਰਾ ਕਵਨ ਕਥੀਅਲੇ ਘਟ ਘਟ ਕਵਨ ਨਿਵਾਸੋ। ਗਿਆਨ ਦੀ ਮੁਦਰਾ ਦਾ ਮਤਲਬ ਹੈਗਾ ਪ੍ਰਭੂ ਦੇ ਨਾਲ ਡੂੰਗੀ ਜਿਹੜੀ ਜਾਣ ਪਹਿਚਾਨ ਹੈ। ਕਵਨ ਕਥੀਅਲੇ ਦਾ ਮਤਲਬ ਉਹਦੀ ਕੀ ਨਿਸ਼ਾਨੀ ਦੱਸਦੇ ਹੋ। ਘਟ ਘਟ ਕਵਨ ਨਿਵਾਸੋ ਦਾ ਮਤਲਬ ਹਰ ਹਿਰਦੇ ਵਿੱਚ ਕਿਸ ਦਾ ਨਿਵਾਸ ਹੈ। ਪ੍ਰਭੂ ਦੇ ਨਾਲ ਜਾਣ ਪਛਾਣ ਦਾ ਕੀ ਸਾਧਨ ਦੱਸਦੇ ਹੋ। ਤਰ੍ਹੇ ਹਰੇਕ ਘਟ ਦੇ ਅੰਦਰ ਕਿਸ ਦਾ ਨਿਵਾਸ। ਅਗਲਾ ਸਵਾਲ ਹੈ, ਕਾਲ ਕਾ ਠੀਂਗਾ ਕਿਉਂ ਜਲਾਈ ਅਲੇ ਕਿਉਂ ਨਿਰਭਉ ਕਰ ਜਾਈਏ। ਠੀਂਗਾ ਦਾ ਮਤਲਬ ਚੋਟ, ਸੱਟ, ਸੋਟਾ। ਜਲਾਈ ਅਲੇ ਦਾ ਮਤਲਬ ਸਾੜਿਆ ਜਾਏ। ਘਰ ਦਾ ਮਤਲਬ ਘਰ ਵਿੱਚ, ਨਿਰਭਉ ਘਰ ਦਾ ਮਤਲਬ ਜਿੱਥੇ ਡਰ ਨਹੀਂ ਹੈ। ਤਾਂ ਕਾਲ ਦੀ ਚੋਟ ਕਿਵੇਂ ਮੁਕਾਈ ਜਾਏ, ਜੋ ਆਤਮਕ ਮੌਤ ਹੈ ਜਾਂ ਮੌਤ ਦਾ ਡਰ ਹੈ, ਇਹਦੇ ਤੋਂ ਕਿਵੇਂ ਬਚਿਆ ਜਾਏ, ਔਰ ਨਿਰਭੈਤਾ ਦੇ ਘਰ ਕਿਵੇਂ ਪਹੁੰਚਿਆ ਜਾਏ। ਜਿੱਥੇ ਭੈ ਨਹੀਂ ਹੈ, ਉਸ ਨਿਰਭੈਤਾ ਦੀ ਸਟੇਜ ਤੇ ਕਿਵੇਂ ਪਹੁੰਚਿਆ ਜਾਏ। ਸਹਿਜ ਸੰਤੋਖ ਕਾ ਆਸਣ ਜਾਣੈ ਕਿਉਂ ਛੇਦੇ ਬਹਿਰਾਈਏ। ਤੇ ਨਾਲ ਇੱਥੇ ਦੱਸਦੇ ਨੇ ਸਹਿਜ ਸੰਤੋਖ ਯਾਨੀ ਹਉਮੈ ਦਾ ਨਾਸ ਕਿਵੇਂ ਹੋਵੇ, ਵੈਰੀ ਦਾ ਨਾਸ ਕਿਵੇਂ ਹੋਵੇ। ਕਿਉਂ ਛੇਦੇ ਬਹਿਰਾਈਏ ਦਾ ਮਤਲਬ ਜੋ ਵੈਰੀ ਨੇ ਇਹਨਾਂ ਨੂੰ ਕਿਵੇਂ ਮਾਰੇ, ਜਿੰਨੇ ਵੀ ਅਕਾਮ ਆਦਿਕ ਨੇ, ਜੋ ਹਉਮੈ ਵਗੈਰਾ ਹੈ, ਇਹਦਾ ਨਾਸ ਕਿਵੇਂ ਹੋਵੇ। ਔਰ ਸਹਿਜ ਤੇ ਸੰਤੋਖ ਦਾ ਆਸਨ ਪਛਾਣ ਲਿਆ ਜਾਏ, ਭਾਵ ਕਿ ਸਹਿਜ ਔਰ ਸੰਤੋਖ ਦੇ ਅੰਦਰ ਬੰਦਾ ਕਿਵੇਂ ਟਿਕੇ। ਜੋ ਵੈਰੀ ਨੇ ਕਾਮ ਆਦਿਕ ਜਾਂ ਹਉਮੈ ਵਗੈਰਾ, ਇਹਨਾਂ ਨੂੰ ਕਿਵੇਂ ਖਤਮ ਕੀਤਾ ਜਾਏ। ਔਰ ਸਹਿਜ ਆਤਮਕ ਅਡੋਲਤਾ ਔਰ ਸੰਤੋਖ ਦਾ ਆਸਣ ਕਿਵੇਂ ਮਿਲੇ, ਭਾਵ ਕਿ ਸੰਤੋਖ ਔਰ ਸਹਿਜ ਕਿਵੇਂ ਪ੍ਰਾਪਤ ਹੋਵੇ। ਹੁਣ ਗੁਰੂ ਜੀ ਇਸ ਦਾ ਉੱਤਰ ਦੇ ਰਹੇ ਨੇ। ਗੁਰ ਕੈ ਸ਼ਬਦ ਹਉਮੈ ਬਿਖ ਮਾਰੈ ਤਾਂ ਨਿਜਕਰ ਹੋਵੇ ਵਾਸੋ। ਉੱਤਰ ਦੇ ਰਹੇ ਨੇ ਗੁਰੂ ਦੇ ਸ਼ਬਦ ਰਾਹੀਂ। ਹਉਮੈ ਬਿਖ ਮਾਰੈ, ਬਿਖ ਦਾ ਮਤਲਬ ਜ਼ਹਿਰ, ਹਉਮੈ ਦਾ ਮਤਲਬ ਈਗੋ। ਗੁਰੂ ਦੇ ਸ਼ਬਦ ਰਾਹੀਂ ਹਉਮੈ ਦੇ ਜ਼ਹਿਰ ਨੂੰ ਜੇ ਮੁਕਾ ਲਿਆ ਜਾਏ ਤਾਂ ਨਿਜ ਘਰ ਹੋਵੇ ਵਾਸੋ, ਤਾਂ ਨਿਜ ਸਰੂਪ ਦੇ ਅੰਦਰ ਬੰਦਾ ਟਿਕ ਜਾਂਦਾ ਹੈ। ਹੁਣ ਗੁਰੂ ਦੇ ਉਪਦੇਸ਼ ਰਾਹੀਂ ਹਉਮੈ ਨੂੰ ਮਾਰਨਾ ਹੈ, ਤੇ ਜਦੋਂ ਹਉਮੈ ਈਗੋ ਖਤਮ ਹੋ ਜਾਏਗੀ, ਉਦੋਂ ਬੰਦਾ ਨਿਜ ਸਰੂਪ ਵਿੱਚ ਟਿਕ ਜਾਏਗਾ। ਉਹਦਾ ਮਨ ਭਟਕੇਗਾ ਨਹੀਂ, ਔਰ ਫਿਰ ਮਨ ਦੇ ਅੰਦਰ ਕੋਈ ਡਰ ਨਹੀਂ ਰਵੇਗਾ, ਨਾ ਉਹ ਜ਼ੁਲਮ ਕਰੇਗਾ ਔਰ ਨਾ ਉਹ ਜ਼ੁਲਮ ਸਹਾਰੇਗਾ। ਗੁਰੂ ਉਪਦੇਸ਼ ਰਾਹੀਂ, ਗੁਰੂ ਗਿਆਨ ਰਾਹੀਂ ਜਦੋਂ ਸਮਝ ਪੈਂਦੀ ਹੈ, ਤਾਂ ਉਦੋਂ ਬੰਦਾ ਆਪਣੀ ਈਗੋ ਨੂੰ ਖਤਮ ਕਰਦਾ ਹੈ। ਈਗੋ ਨੂੰ ਖਤਮ ਕਰਨ ਦਾ ਭਾਵ ਹੀ ਇਹ ਹੈ, ਅਸੀਂ ਜਪਜੀ ਸਾਹਿਬ ਜੀ ਦੇ ਅੰਦਰ ਇਸ ਬਾਰੇ ਵਿਚਾਰ ਕਰ ਰਹੇ ਹਾਂ ਕਿ ਉਸ ਬੰਦੇ ਨੂੰ ਸਮਝ ਪੈ ਜਾਂਦੀ ਹੈ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਜਿਸ ਨੂੰ ਹੁਕਮ ਦੀ ਪਹਿਚਾਨ ਆ ਜਾਏ ਨਾ, ਕਿ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ, ਪੂਰੀ ਦੁਨੀਆ ਹੁਕਮ ਦੇ ਅੰਦਰ ਚੱਲ ਰਹੀ ਹੈ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ, ਤਾਂ ਫਿਰ ਹਉਮੈ ਦੀ ਗੱਲ ਕਰੇਗਾ ਹੀ ਨਹੀਂ, ਕਿਉਂਕਿ ਮੈਂ ਹੁਕਮ ਤੋਂ ਬਾਹਰ ਕੁਝ ਕਰ ਹੀ ਨਹੀਂ ਸਕਦਾ, ਸਿਸਟਮ ਤੋਂ ਬਾਹਰ ਮੈਂ ਕੁਝ ਨਹੀਂ ਕਰ ਸਕਦਾ। ਤਾਂ ਇਹ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਹਉਮੈ ਖਤਮ ਹੋਏਗੀ। ਤੇ ਹਉਮੈ ਨੂੰ ਸਮਝ ਲੈਣਾ, ਆਸਾ ਕੀ ਵਾਰ ਵਿੱਚ ਵੀ ਗੁਰਦੇਵ ਨੇ ਬਚਨ ਕੀਤਾ ਹੈ, ਹਉਮੈ ਦੀਰਘ ਰੋਗ ਹੈ
दारू पी इस माहे, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਗੁਰੂ ਦੇ ਬਚਨ ਦੀ ਫਿਰ ਬੰਦਾ ਕਮਾਈ ਕਰਦਾ ਹੈ, ਭਾਵ ਗੁਰੂ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਜ਼ਿੰਦਗੀ ਜੀਂਦਾ ਹੈ। ਤੇ ਜਿਸ ਦੇ ਅੰਦਰੋਂ ਹਉਮੈ ਖਤਮ ਹੋਵੇਗੀ, ਆਪ ਇਸ ਬਾਰੇ ਚੰਗੀ ਤਰ੍ਹਾਂ ਹੁਣ ਜਾਣੂ ਹੋ ਚੁੱਕੇ ਹੋ ਕਿ ਹਉਮੈ ਦੇ ਵਿਗੜੇ ਹੋਏ ਦੋ ਰੂਪ ਨੇ, ਇੱਕ ਇਨਫੀਰੀਓਰਿਟੀ ਕੰਪਲੈਕਸ ਔਰ ਇੱਕ ਸੁਪਰੀਓਰਿਟੀ ਕੰਪਲੈਕਸ। ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੇਗਾ ਨਾ, ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਨਹੀਂ ਹੋਏਗਾ ਕਿ ਮੈਂ ਕੁਝ ਵੀ ਨਹੀਂ ਕਰ ਸਕਦਾ, ਮੇਰੀ ਯਾਦਦਾਸ਼ਤ ਕਮਜ਼ੋਰ ਹੈ, ਮੇਰੇ ਵਿੱਚ ਤੇ ਹੁਣ ਤਾਕਤ ਨਹੀਂ ਰਹੀ, ਮੈਂ ਤਾਂ ਕਾਮਯਾਬ ਨਹੀਂ ਹੋ ਸਕਦਾ, ਦੂਜੇ ਲੋਕ ਕਾਮਯਾਬ ਹੋ ਗਏ ਨੇ, ਮੈਨੂੰ ਤਾਂ ਲੋਕ ਪਿਆਰ ਨਹੀਂ ਕਰਦੇ, ਮੈਨੂੰ ਤਾਂ ਕੋਈ ਚੰਗਾ ਨਹੀਂ ਸਮਝਦਾ, ਇਹਦੇ ਨਾਲੋਂ ਤੇ ਰੱਬ ਚੁੱਕ ਹੀ ਲਵੇ ਤਾਂ ਠੀਕ ਹੈ। ਉਹਦੇ ਅੰਦਰ ਇਹ ਚੀਜ਼ਾਂ ਨਹੀਂ ਹੋਣਗੀਆਂ, ਕਿਉਂਕਿ ਗੁਰੂ ਦਾ ਸ਼ਬਦ ਉਪਦੇਸ਼ ਸਾਨੂੰ ਦੱਸਦਾ ਹੈ ਕਿ ਤੂੰ ਸਭ ਕੁਝ ਕਰ ਸਕਦਾ ਹੈ। ਪਾਵਨ ਬਾਣੀ ਵਿੱਚ ਬਚਨ ਹੈ ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ, ਕਿ ਇਹ ਕੰਮ ਥੋੜਾ ਔਖਾ ਜ਼ਰੂਰ ਹੈ, ਪਰ ਇਹ ਹੋ ਹੀ ਨਹੀਂ ਸਕਦਾ, ਇੰਪੋਸੀਬਲ ਕਹਿ ਕੇ ਉਹਨੂੰ ਛੱਡ ਕੇ ਭੱਜੋ ਨਾ। ਇਹ ਦੁਨੀਆ ਦੀ ਸਭ ਤੋਂ ਵੱਡੀ ਸਿਆਣਪ ਹੈ, ਭਾਵ ਕਿ ਮੈਂ ਕਰ ਸਕਦਾ ਹਾਂ। ਤਾਂ ਗੁਰੂ ਸ਼ਬਦ ਰਾਹੀਂ ਜੋ ਇਨਫੀਰੀਓਰਿਟੀ ਕੰਪਲੈਕਸ ਵਿੱਚ ਹੈ, ਉਹਦੇ ਅੰਦਰ ਵਿਲ ਪਾਵਰ ਪੈਦਾ ਹੋਏਗੀ। ਉਹ ਅਗਾਂਹ ਨੂੰ ਪੋਜ਼ਿਟਿਵ ਸੋਚੇਗਾ, ਆਗਾ ਹੂੰ ਕੁਤਰਾਗ ਪਿੱਛਾ ਫੇਰ ਨਾ ਮੁਹੜਾ। ਉਹਦੇ ਅੰਦਰੋਂ ਇਹ ਚੀਜ਼ ਖਤਮ ਹੋ ਜਾਏਗੀ, ਉਹਨੂੰ ਸਮਝ ਆ ਜਾਏਗੀ ਕਿ ਮੈਂ ਵੀ ਕਰ ਸਕਦਾ ਹਾਂ, ਪਹਿਲੀ ਗੱਲ। ਦੂਜੀ ਗੱਲ ਹੈ ਸੁਪਰੀਓਰਿਟੀ ਕੰਪਲੈਕਸ। ਕਿਸੇ ਦੇ ਅੰਦਰ ਇਹ ਵਿਚਾਰ ਆ ਜਾਂਦੀ ਹੈ ਕਿ ਮੈਂ ਹੀ ਸਭ ਕੁਝ ਹਾਂ, ਮੈਂ ਹੀ ਸਭ ਤੋਂ ਵੱਡਾ ਹਾਂ, ਹੋਰ ਲੋਕ ਕੁਝ ਵੀ ਨਹੀਂ, ਮੇਰੇ ਵਰਗਾ ਹੋਰ ਨਾ ਕੋਈ ਜਾਣਕਾਰ ਹੈ, ਨਾ ਕੋਈ ਸੁੰਦਰ ਸੋਹਣਾ ਹੈ, ਨਾ ਕੋਈ ਸਿਆਣਾ ਹੈ, ਨਾ ਕੋਈ ਤਾਕਤਵਰ ਹੈ। ਤਾਂ ਇਹ ਹਉਮੈ ਹੈ, ਇਹ ਸੁਪਰੀਓਰਿਟੀ ਕੰਪਲੈਕਸ ਹੈ। ਐਸਾ ਬੰਦਾ ਦੂਜਿਆਂ ਦੇ ਨਾਲ ਸੰਬੰਧ ਨਹੀਂ ਬਣਾ ਪਾਏਗਾ, ਔਰ ਐਸਾ ਬੰਦਾ ਆਪਣੇ ਸੰਬੰਧਾਂ ਨੂੰ ਵਿਗਾੜ ਲੈਂਦਾ ਹੈ। ਤੇ ਗੁਰੂ ਦੇ ਸ਼ਬਦ ਰਾਹੀਂ, ਗਿਆਨ ਰਾਹੀਂ ਸਾਨੂੰ ਸਮਝ ਪੈ ਜਾਂਦੀ ਹੈ ਕਿ ਮੈਂ ਵੀ ਦੂਜੇ ਬੰਦਿਆਂ ਵਰਗਾ ਇੱਕ ਬੰਦਾ ਹਾਂ, ਦੂਜੇ ਲੋਕ ਵੀ ਮੇਰੇ ਵਰਗੇ ਨੇ, ਜੋ ਮੈਂ ਕਰ ਸਕਦਾ ਉਹ ਦੂਜੇ ਵੀ ਕਰ ਸਕਦੇ ਨੇ, ਮੈਂ ਕੋਈ ਦੂਜਿਆਂ ਦੇ ਨਾਲੋਂ ਵੱਖਰਾ ਨਹੀਂ ਹਾਂ। ਉਹਦੇ ਅੰਦਰ ਵੀ ਇਹ ਚੀਜ਼ ਪੈਦਾ ਹੋਏਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ, ਗੁਰੂ ਦੇ ਗਿਆਨ ਰਾਹੀਂ ਬੰਦਾ ਆਪਣੀ ਈਗੋ ਨੂੰ ਖਤਮ ਕਰ ਲੈਂਦਾ ਨਾ, ਫਿਰ ਨਿਜ ਘਰ ਦੇ ਅੰਦਰ ਉਹਦਾ ਵਾਸ ਹੋ ਜਾਂਦਾ ਹੈ, ਨਿਰਭੈਤਾ ਦੇ ਘਰ ਵਿੱਚ ਚਲਾ ਜਾਂਦਾ ਹੈ। ਐਸਾ ਬੰਦਾ ਫਿਰ ਨਾ ਡਰਦਾ ਹੈ ਔਰ ਨਾ ਹੀ ਡਰਾਉਂਦਾ ਹੈ। ਦੇਖੋ, ਜੋ ਡਰੇਗਾ ਉਹ ਜ਼ੁਲਮ ਸਹਾਰੇਗਾ, ਤੇ ਜਿਹੜਾ ਡਰਾਏਗਾ ਉਹ ਜ਼ੁਲਮ ਕਰੇਗਾ। ਇਸ ਲਈ ਗਿਆਨੀ ਪੁਰਸ਼ ਉਹ ਹੈ ਜੋ ਨਾ ਜ਼ੁਲਮ ਕਰਦਾ ਹੈ ਔਰ ਨਾ ਜ਼ੁਲਮ ਸਹਾਰਦਾ ਹੈ। ਭੈ ਕਾਹੂ ਕੋ ਦੇਤ ਨਹਿ, ਨਹਿ ਪੈਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਤਾਂ ਗੁਰੂ ਦੇ ਸ਼ਬਦ ਰਾਹੀਂ, ਗਿਆਨ ਰਾਹੀਂ ਜੋ ਆਪਣੀ ਈਗੋ ਨੂੰ ਖਤਮ ਕਰ ਲੈਂਦਾ ਹੈ, ਉਹ ਨਿਜ ਘਰ ਦੇ ਅੰਦਰ ਸਮਾ ਜਾਂਦਾ ਹੈ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾਕਾ ਦਾਸੋ। ਜਿਨ ਦੇ ਨੰਨੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਜਿਸ ਨੇ ਰਚ ਰਚਿਆ ਦਾ ਮਤਲਬ ਜਿਸ ਨੇ ਇਹ ਰਚਨਾ ਰਚੀ ਹੈ, ਜਿਸ ਪ੍ਰਭੂ ਨੇ ਰਚਨਾ ਰਚੀ ਹੈ। ਤਿਸ ਸ਼ਬਦ ਪਛਾਣੈ, ਸ਼ਬਦ ਦੇ ਦੱਦੇ ਨਾਲ ਸਿਹਾਰੀ, ਇਸ ਦਾ ਮਤਲਬ ਸ਼ਬਦ ਰਾਹੀਂ, ਉਪਦੇਸ਼ ਰਾਹੀਂ, ਗਿਆਨ ਰਾਹੀਂ, ਜੋ ਗੁਰੂ ਦੇ ਗਿਆਨ ਵਿੱਚ ਜੁੜ ਕੇ ਉਸ ਨੂੰ ਪਹਿਚਾਨ ਲੈਂਦਾ ਹੈ। ਨਾਨਕ ਤਾਕਾ ਦਾਸੋ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਉਸ ਦਾ ਦਾਸ ਹਾਂ, ਮੈਂ ਉਹਦਾ ਸੇਵਕ ਹਾਂ, ਜੋ ਗੁਰੂ ਗਿਆਨ ਰਾਹੀਂ ਰਚਨਹਾਰ ਪ੍ਰਭੂ ਨੂੰ ਰਚਨਾ ਦੇ ਅੰਦਰ ਪਛਾਣ ਲੈਂਦਾ ਹੈ। ਹੁਣ ਦੇਖੋ, ਰੱਬ ਦੇ ਦਰਸ਼ਨ ਕਰਨੇ ਇੱਕ ਵੱਖਰੀ ਗੱਲ ਹੈ, ਔਰ ਰੱਬ ਦੀ ਪਛਾਣ ਹੋਣੀ ਇਹ ਇੱਕ ਵੱਖਰੀ ਗੱਲ ਹੈ। ਦਰਸ਼ਨ ਤਾਂ ਰੱਬ ਦੇ ਸਾਰਿਆਂ ਨੂੰ ਹੋ ਰਹੇ ਨੇ, ਪਰ ਪਛਾਣ ਸਾਰਿਆਂ ਨੂੰ ਨਹੀਂ ਹੈ। ਹੁਣ ਦੇਖੋ, ਪਛਾਣਨਾ ਬਹੁਤ ਜ਼ਰੂਰੀ ਹੈ। ਵੈਸੇ ਮੈਂ ਕਹਾਣੀ ਤੁਹਾਨੂੰ ਪਹਿਲੇ ਸੁਣਾ ਚੁੱਕਾ, ਪਰ ਫਿਰ ਵੀ ਕਈ ਨਵੇਂ ਮੈਂਬਰ ਆਉਂਦੇ ਨੇ, ਉਹਨਾਂ ਨੂੰ ਵੀ ਇਹ ਕਹਾਣੀ ਸੁਣਨ ਦੇ ਨਾਲ ਕੁਛ ਨਵੀਂ ਸੂਝ ਮਿਲੇਗੀ, ਨਵੀਂ ਜਾਣਕਾਰੀ ਮਿਲੇਗੀ, ਔਰ ਸਾਨੂੰ ਵੀ ਦੁਬਾਰਾ ਰਿਪੀਟ ਹੋ ਜਾਏਗੀ। ਕਿਸੇ ਨੂੰ ਵੇਖਣਾ ਕਾਫੀ ਨਹੀਂ ਹੈ, ਪਹਿਚਾਨਣਾ ਵੀ ਬਹੁਤ ਜ਼ਰੂਰੀ ਹੈ। ਜਿਵੇਂ ਅਸੀਂ ਕਲਾਸ ਵਾਲੇ ਆ, ਜੇ ਅਸੀਂ ਕਲਾਸ ਵਿੱਚ ਆਉਣ ਤੋਂ ਪਹਿਲਾਂ ਕਿਸੇ ਨੂੰ ਜੇ ਇੱਕ ਦੂਜੇ ਨੂੰ ਮਿਲਦੇ, ਤਾਂ ਸ਼ਾਇਦ ਅਸੀਂ ਇੱਕ ਦੂਜੇ ਦੇ ਨਾਲ ਫਤਿਹ ਨਾ ਬੁਲਾਉਂਦੇ ਜਾਂ ਇੱਕ ਦੂਜੇ ਤੋਂ ਹਾਲ ਚਾਲ ਨਾ ਪੁੱਛਦੇ, ਕਾਰਨ ਕਿ ਅਸੀਂ ਪਹਿਚਾਣਦੇ ਨਹੀਂ ਹਾਂ। ਪਰ ਹੁਣ ਸਾਡੀ ਪਹਿਚਾਣ ਹੋ ਗਈ, ਹੁਣ ਜਦੋਂ ਕਿਤੇ ਮਿਲਾਂਗੇ ਤਾਂ ਹੁਣ ਸਾਡੀ ਬੋਲ ਬਾਣੀ ਹੋਰ ਢੰਗ ਦੀ ਹੋਏਗੀ। ਬਾਈ ਦੀ ਵੇ
ਜੇ ਕੋਈ ਨਹੀਂ ਵੀ ਪਹਿਚਾਣੇਗਾ ਤੇ ਜਦੋਂ ਉਸ ਨੂੰ ਪਹਿਚਾਣ ਕਰਾਵਾਂਗੇ ਨਾ ਕਿ ਮੈਂ ਕਲਾਸ ਵਿੱਚ ਹੁੰਨਾ, ਮੈਂ ਬੰਬੇ ਤੋਂ ਹਾਂ ਜਾਂ ਮੈਂ ਅਮਰੀਕਾ ਤੋਂ ਜਾਂ ਕੈਨੇਡਾ ਤੋਂ, ਇੰਗਲੈਂਡ ਤੋਂ, ਤਾਂ ਫਿਰ ਕਿੰਨੇ ਪਿਆਰ ਦੇ ਨਾਲ ਮਿਲਾਂਗੇ। ਇਹਦਾ ਮਤਲਬ ਕਿਸੇ ਨੂੰ ਵੇਖਣਾ ਕਾਫੀ ਨਹੀਂ, ਉਹਦੀ ਪਹਿਚਾਣ ਕਰਨੀ ਬਹੁਤ ਜ਼ਰੂਰੀ ਹੈ। ਇੱਕ ਨਿੱਕੀ ਜਿਹੀ ਕਹਾਣੀ ਸੁਣਾ ਰਿਹਾ। ਕਹਿੰਦੇ ਨੇ ਕਿਸੇ ਇੱਕ ਦੇਸ਼ ਤੇ ਦੂਜੇ ਦੇਸ਼ ਦੇ ਬਾਦਸ਼ਾਹ ਨੇ ਹਮਲਾ ਕੀਤਾ ਤੇ ਉਹਦੀਆਂ ਫੌਜਾਂ ਨੇ ਬਹੁਤ ਕਤਲਾਮ ਕੀਤਾ, ਬਹੁਤ ਸਾਰੇ ਲੋਕਾਂ ਨੂੰ ਮਾਰਿਆ, ਇੱਕ ਪਿੰਡ ਨੂੰ ਸਾੜਿਆ ਗਿਆ, ਬਹੁਤ ਲੋਕ ਕਤਲ ਹੋਏ, ਸਾਰੇ ਲੋਕ ਕੁਛ ਭੱਜ ਕੇ ਬਚ ਗਏ, ਬਹੁਤੇ ਕਤਲ ਹੋ ਗਏ, ਘਰ ਪਾਰ ਫੂਕ ਦਿੱਤੇ ਗਏ, ਕੁਛ ਲੋਕਾਂ ਨੂੰ ਕੈਦ ਕਰ ਲਿਆ ਗਿਆ। ਇੱਕ ਸ਼ਾਹੂਕਾਰ ਸੀ ਜਿਸ ਨੂੰ ਕੈਦ ਕਰ ਲਿਆ ਤੇ ਉਹਨੂੰ 20-25 ਸਾਲ ਕਾਲੇ ਪਾਣੀਆਂ ਦੀ ਸਜ਼ਾ ਦੇ ਦਿੱਤੀ ਗਈ। 20-22 ਸਾਲ ਬਾਅਦ ਜਦ ਉਹ ਕੈਦ ਚੋਂ ਉਹਨੂੰ ਛੱਡਿਆ ਗਿਆ ਤਾਂ ਉਹ ਤੁਰਦੇ ਫਿਰਦੇ ਰੁਲਦੇ ਖੁੱਲਦੇ ਦੋਵੇਂ ਜੀ ਕਿਸੇ ਢੰਗ ਨਾਲ ਆਪਣੇ ਪਿੰਡ ਵਿੱਚ ਪਹੁੰਚ ਗਏ। ਆ ਕੇ ਉਹਨਾਂ ਨੇ ਆਪਣੇ ਨਗਰ ਨੂੰ, ਪਿੰਡ ਨੂੰ ਦੇਖਿਆ, ਸਾਰਾ ਪਿੰਡ ਬਰਬਾਦ ਹੋਇਆ, ਦੁਬਾਰਾ ਆਬਾਦ ਹੋ ਚੁੱਕਾ ਸੀ। ਪਿੰਡ ਦੀ ਪਹਿਲੀ ਜਨਤਾ ਦੇ ਵਿੱਚੋਂ ਕੋਈ ਵੀ ਬੰਦਾ ਉਹਨਾਂ ਨੂੰ ਨਹੀਂ ਮਿਲਿਆ। ਉਹਨਾਂ ਨੇ ਆਪਣੇ ਘਰ ਵਿੱਚ ਜਾਣ ਦਾ ਯਤਨ ਕੀਤਾ, ਪਰ ਉੱਥੇ ਦੂਜਾ ਘਰ ਬਣ ਚੁੱਕਾ ਸੀ, ਉੱਥੇ ਹੋਰ ਲੋਕ ਕਾਬਜ਼ ਸਨ। ਕੁਦਰਤੀ ਉਹਨਾਂ ਨੂੰ ਉਹਨਾਂ ਦੇ ਪਿੰਡ ਦਾ ਇੱਕ ਬਜ਼ੁਰਗ ਆਦਮੀ ਮਿਲ ਗਿਆ। ਉਹਨੂੰ ਮਿਲ ਕੇ ਦੋਵਾਂ ਨੇ ਇੱਕ ਦੂਜੇ ਨੂੰ ਪਛਾਣਿਆ, ਇੱਕ ਦੂਜੇ ਦੇ ਗਲੇ ਲੱਗ ਕੇ ਰੋਏ, ਗੱਲਬਾਤ ਚੱਲੀ ਤੇ ਉਹਨਾਂ ਨੇ ਉਸ ਬੰਦੇ ਤੋਂ ਪੁੱਛਿਆ ਵੀ ਪਿੰਡ ਦਾ ਕੀ ਹਾਲ ਹੈ। ਉਹ ਕਹਿਣ ਲੱਗਾ ਵੀ ਬਹੁਤ ਲੋਕ ਮਾਰ ਦਿੱਤੇ ਗਏ, ਜਲਾ ਦਿੱਤੇ ਗਏ, ਬੜੀ ਬੁਰੀ ਤਰ੍ਹਾਂ। ਮੈਨੂੰ ਵੀ ਬਹੁਤ ਚੋਟਾਂ ਲੱਗੀਆਂ ਸਨ, ਪਰ ਮੈਂ ਕਿਸੇ ਤਰ੍ਹਾਂ ਬਚ ਗਿਆ, ਮੇਰਾ ਪਰਿਵਾਰ ਖਤਮ ਹੋ ਗਿਆ, ਮੈਂ ਇਕੱਲਾ ਹੀ ਬਚਿਆ। ਤੇ ਇਹਨਾਂ ਨੇ ਇਸ ਬੰਦੇ ਤੋਂ ਪੁੱਛਿਆ ਵੀ ਸਾਡਾ ਇੱਕ ਇਕਲੌਤਾ ਪੁੱਤਰ ਸੀ, ਉਹਦੇ ਬਾਰੇ ਤੈਨੂੰ ਕੋਈ ਜਾਣਕਾਰੀ ਹੋਵੇ। ਇਹ ਜਿਹੜੇ ਕੈਦ ਵਿੱਚੋਂ ਛੁੱਟ ਕੇ ਆਏ ਸਨ, ਇਹਨਾਂ ਦਾ ਇੱਕੋ ਪੁੱਤਰ ਸੀ। ਤੇ ਇਹਨਾਂ ਨੇ ਪੁੱਛਿਆ ਵੀ ਤੈਨੂੰ ਕੋਈ ਉਹਦੇ ਬਾਰੇ ਜਾਣਕਾਰੀ ਹੋਵੇ। ਤਾਂ ਇਸ ਬੰਦੇ ਨੇ ਦੱਸਿਆ ਵੀ ਤੁਹਾਡਾ ਬੇਟਾ ਵੀ ਮਾਰਿਆ ਗਿਆ ਸੀ, ਤੁਹਾਡਾ ਬੇਟਾ ਵੀ ਮਾਰਿਆ ਗਿਆ, ਉਹਨੂੰ ਕਤਲ ਕਰ ਦਿੱਤਾ ਗਿਆ ਸੀ। ਇਹਨਾਂ ਨੂੰ ਅੱਜ ਬੇਟੇ ਦੀ ਖਬਰ ਮਿਲੀ, ਇਹ ਦੁਬਾਰਾ ਰੋਏ ਕੁਰਲਾਏ। ਹੁਣ ਇਹ ਕਿਸੇ ਦੇ ਘਰ ਜਾਂਦੇ ਨੇ ਕਿ ਸਾਨੂੰ ਨੌਕਰ ਰੱਖ ਲਓ, ਤੇ ਕੋਈ ਇਹਨਾਂ ਨੂੰ ਨੌਕਰ ਵੀ ਨਹੀਂ ਰੱਖਦਾ ਕਿਉਂਕਿ ਬਜ਼ੁਰਗ ਨੇ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਪਿੰਡ ਦੇ ਵਿੱਚ ਇਹ ਤਰਲੇ ਕਰਦੇ ਨੇ। ਆਖਿਰ ਇੱਕ ਨਿੱਕੇ ਸ਼ਹਿਰ ਵਿੱਚ ਇਹਨਾਂ ਨੇ ਕਿਸੇ ਸ਼ਾਹੂਕਾਰ ਦੇ ਅੱਗੇ ਤਰਲਾ ਲਿਆ ਕਿ ਸ਼ਾਹੂਕਾਰ ਸਾਨੂੰ ਨੌਕਰ ਰੱਖ ਲੈ। ਸ਼ਾਹੂਕਾਰ ਨੇ ਬੜੇ ਮਾਣ ਨਾਲ ਕਿਹਾ, ਕਹਿਣ ਲੱਗਾ ਬਜ਼ੁਰਗੋ ਤੁਸੀਂ ਕੰਮ ਕਰ ਲੋਗੇ, ਬਰਤਨ ਮਾਂਜ ਲੋਗੇ, ਗੋਹਾ ਕੂੜਾ ਕਰ ਲੋਗੇ, ਝਾੜੂ ਬੁਹਾਰੀ ਦੇ ਲੋਗੇ, ਹੁਣ ਮਰਦਾ ਕੀ ਨਹੀਂ ਕਰਦਾ, ਪੇਟ ਭਰਨਾ ਸੀ ਨਾ। ਕਹਿਣ ਲੱਗੇ ਕਰ ਲਵਾਂਗੇ। ਇਹਨਾਂ ਨੂੰ ਡੰਗਰਾਂ ਦੇ ਵਾੜੇ ਵਿੱਚ ਇੱਕ ਝੌਂਪੜੀ ਦੇ ਦਿੱਤੀ ਜਿਸ ਵਿੱਚ ਇਹ ਰਹਿੰਦੇ ਨੇ। ਸਾਰਾ ਦਿਨ ਇਹ ਝਾੜੂ ਦਿੰਦੇ, ਬਰਤਨ ਮਾਂਜਦੇ, ਗੋਹਾ ਕੂੜਾ ਕਰਦੇ, ਡੰਗਰਾਂ ਨੂੰ ਪੱਠਾ ਵਗੈਰਾ ਪਾਉਂਦੇ, ਜੋ ਵੀ ਕੰਮ ਸੀ। ਬਰਤਨ ਮਾਂਜਦਿਆਂ ਸਮਾਂ ਬੀਤ ਗਿਆ, ਕੋਈ ਮਹੀਨਾ, 2-4 ਮਹੀਨੇ। ਇੱਕ ਦਿਨ ਕੋਈ ਕੀਮਤੀ ਬਰਤਨ ਇਸ ਮਾਤਾ ਤੋਂ ਟੁੱਟ ਗਿਆ ਤੇ ਸ਼ਾਹੂਕਾਰ ਦੀ ਘਰਵਾਲੀ ਨੇ ਇਸ ਨੂੰ ਬਹੁਤ ਝਿੜਕਿਆ ਤੇ ਨਾਲ ਸ਼ਾਹੂਕਾਰ ਨੂੰ ਕਿਹਾ ਕਿ ਆ ਮਰੇ ਹੋਏ ਸੱਪ ਮੇਰੇ ਗਲ ਵਿੱਚ ਪਾ ਦਿੱਤੇ ਨੇ, ਆ ਦੇਖ ਕਿੰਨਾ ਕੀਮਤੀ ਬਰਤਨ ਇਸਨੇ ਤੋੜ ਦਿੱਤਾ ਹੈ। ਸ਼ਾਹੂਕਾਰ ਨੂੰ ਗੁੱਸਾ ਆਇਆ, ਇਸਨੇ ਗੁੱਸੇ ਦੇ ਨਾਲ ਲੱਤ ਮਾਰੀ ਤੇ ਇਸ ਮਾਤਾ ਦੀਆਂ 2 ਪਸਲੀਆਂ ਟੁੱਟ ਗਈਆਂ। ਇਹ ਬੇਹੋਸ਼ ਹੋ ਗਈ। ਆਖਿਰ ਇਸ ਨੂੰ ਹੋਸ਼ ਵਿੱਚ ਲਿਆਂਦਾ। ਇਸ ਮਾਈ ਨੇ ਹੱਥ ਜੋੜੇ, ਸ਼ਾਹੂਕਾਰ ਮੈਨੂੰ ਘਰੋਂ ਕੱਢੀ ਨਾ, ਸਾਡਾ ਕੋਈ ਨਹੀਂ, ਇਸ ਤੋਂ ਬਾਅਦ ਇਹ ਨੁਕਸਾਨ ਨਹੀਂ ਕਰਾਂਗੀ, ਮੈਂ ਧਿਆਨ ਰੱਖਾਂਗੀ। ਇਸੇ ਹਾਲਾਤ ਵਿੱਚ ਇਹ ਬਰਤਨ ਮਾਂਜਦੀ ਰਹੀ। ਆਖਿਰ ਇੱਕ ਦਿਨ ਇਹ ਸ਼ਾਹੂਕਾਰ ਦੇ ਘਰ ਨੂੰ ਬਹੁਤ ਸਜਾਇਆ ਗਿਆ। ਸ਼ਾਹੂਕਾਰ ਦੇ ਘਰ ਦੇ ਵਿੱਚ ਹਲਵਾਈ ਬੈਠੇ ਨੇ, ਰਸਗੁੱਲੇ, ਗੁਲਾਬ ਜਾਮਨ, ਬਰਫੀ, ਸਮੋਸੇ ਵਗੈਰਾ ਬਣ ਰਹੇ ਨੇ, ਲੰਗਰ ਪ੍ਰਸ਼ਾਦਾ ਤਿਆਰ ਹੈ। ਲੋਕ ਗਿਫਟ ਲਿਆ ਕੇ ਇਸ ਸ਼ਾਹੂਕਾਰ ਨੂੰ ਦੇ ਰਹੇ ਨੇ। ਇਹ ਮਾਈ ਬੈਠੀ ਬਰਤਨ ਮਾਂਜਦੀ ਸੀ, ਸ਼ਾਹੂਕਾਰ ਇਸ ਦੇ ਕੋਲੋਂ ਲੰਘਿਆ। ਇਸ ਮਾਈ ਨੇ ਇੱਕ ਸਵਾਲ ਪੁੱਛ ਲਿਆ, ਕਹਿਣ ਲੱਗੀ ਇਹ ਸ਼ਾਹੂਕਾਰ ਤੇਰੇ ਘਰ ਨੂੰ ਅੱਜ ਬਹੁਤ ਸਜਾਇਆ ਗਿਆ ਹੈ, ਤੇਰੇ ਘਰ ਲੋਕ ਬਹੁਤ ਸਾਰੀਆਂ ਭੇਟਾਵਾਂ, ਗਿਫਟ ਲੈ ਕੇ ਆ ਰਹੇ ਨੇ, ਉਪਹਾਰ ਲੈ ਕੇ ਆ ਰਹੇ ਨੇ,
ਤੈਨੂੰ ਅੱਜ ਖੁਸ਼ ਹੋਣਾ ਚਾਹੀਦਾ ਸੀ, ਪਰ ਮੈਨੂੰ ਦਿਸ ਰਿਹਾ ਹੈ ਤੇਰੇ ਚਿਹਰੇ ਤੇ ਕੋਈ ਸ਼ਿਕਨ, ਚਿੰਤਾ ਦੀਆਂ ਨਿਸ਼ਾਨੀਆਂ। ਸ਼ਾਹੂਕਾਰ ਦੀਆਂ ਅੱਖਾਂ ਚੋਂ ਹੰਝੂ ਨਿਕਲ ਗਏ। ਕਹਿਣ ਲੱਗਾ, ਮਾਈ, ਅੱਜ ਮੇਰਾ ਜਨਮ ਦਿਨ ਹੈ। ਅੱਜ ਮੈਨੂੰ ਮੇਰੀ ਮਾਂ ਯਾਦ ਆ ਰਹੀ ਹੈ। ਮੈਂ ਨਿੱਕਾ ਜਿਹਾ ਹੁੰਦਾ ਸਾਂ, ਮੇਰੇ ਮਾਂ-ਬਾਪ ਬੜੇ ਅਮੀਰ ਸਨ, ਮੇਰਾ ਜਨਮ ਦਿਨ ਮਨਾਇਆ ਜਾਂਦਾ ਸੀ, ਐਸੇ ਤਰ੍ਹਾਂ ਘਰ ਨੂੰ ਸਜਾਇਆ ਜਾਂਦਾ ਸੀ। ਮੈਂ ਆਪਣੀ ਮਾਂ ਦੀ ਗੋਦ ਵਿੱਚ ਬਹਿੰਦਾ ਸਾਂ ਤੇ ਮੈਨੂੰ ਬੜੀ ਖੁਸ਼ੀ ਮਿਲਦੀ ਸੀ। ਅੱਜ ਮੇਰਾ ਜਨਮ ਦਿਨ ਹੈ, ਅੱਜ ਮੈਨੂੰ ਮੇਰੀ ਮਾਂ ਯਾਦ ਆ ਰਹੀ ਹੈ। ਮੇਰੇ ਮਾਂ-ਬਾਪ ਮਾਰੇ ਗਏ ਸਨ, ਸਾਡੇ ਪਿੰਡ ਤੇ ਬਾਦਸ਼ਾਹ ਨੇ ਹਮਲਾ ਕੀਤਾ ਸੀ, ਮੇਰੇ ਮਾਂ-ਬਾਪ ਮਾਰੇ ਗਏ ਸਨ ਤੇ ਮੈਂ ਕਿਸੇ ਤਰ੍ਹਾਂ ਭੱਜ ਕੇ ਬਚ ਗਿਆ ਸਾਂ। ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਵਪਾਰ ਫਿਰ ਚਲਾਇਆ। ਅੱਜ ਮੈਂ ਅਮੀਰ ਹਾਂ। ਕਾਸ਼ ਮੇਰੀ ਮਾਂ ਹੁੰਦੀ, ਮੇਰਾ ਬਾਪ ਹੁੰਦਾ ਤੇ ਉਹ ਵੀ ਮੇਰੀ ਇਸ ਅਮੀਰੀ ਦਾ ਆਨੰਦ ਮਾਣਦੇ। ਮੈਨੂੰ ਮੇਰੀ ਮਾਂ ਯਾਦ ਆਉਂਦੀ ਹੈ, ਇਸ ਕਰਕੇ ਮੈਂ ਦੁਖੀ ਹਾਂ। ਇਸ ਮਾਈ ਨੇ ਪੁੱਛਿਆ, ਸ਼ਾਹੂਕਾਰ, ਤੇਰੇ ਸੱਜੇ ਕੰਨ ਦੇ ਪਿੱਛੇ ਇੱਕ ਤਿਲ ਹੈ, ਤੇਰੇ ਸੱਜੇ ਗੋਡੇ ਦੇ ਅੰਦਰਲੇ ਪਾਸੇ ਇੱਕ ਫੋੜੇ ਦਾ ਨਿਸ਼ਾਨ ਹੈ, ਤੇਰੇ ਖੱਬੇ ਗਿੱਟੇ ਦੇ ਉੱਤੇ ਚਾਕੂ ਵੱਜਣ ਦਾ ਨਿਸ਼ਾਨ ਹੈ। ਕਹਿਣ ਲੱਗਾ, ਮਾਈ, ਇਹ ਨਿਸ਼ਾਨੀਆਂ ਤੇਰੀਆਂ ਤਿੰਨੇ ਠੀਕ ਨੇ, ਬਿਲਕੁਲ ਹੈ ਨੇ। ਤੂੰ ਅੱਜ ਪਹਿਲੇ ਦਿਨ ਮੇਰੇ ਨਾਲ ਬੋਲ ਰਹੀ ਹੈ, ਮੈਨੂੰ ਇਹ ਦੱਸ, ਤੈਨੂੰ ਇਹ ਨਿਸ਼ਾਨੀਆਂ ਕਿੰਨੇ ਦੱਸੀਆਂ ਨੇ? ਜਾਂ ਕਿ ਤੂੰ ਜੋਤਸ਼ੀ, ਤੈਨੂੰ ਇਹ ਨਿਸ਼ਾਨੀਆਂ ਕਿੰਨੇ ਦੱਸੀਆਂ ਨੇ? ਇਹ ਮਾਈ ਕਹਿਣ ਲੱਗੀ, ਸ਼ਾਹੂਕਾਰ, ਤੂੰ ਮੇਰਾ ਬੇਟਾ ਹੈ, ਮੈਂ ਤੇਰੀ ਮਾਂ ਹਾਂ। ਸਾਨੂੰ ਬਾਦਸ਼ਾਹ ਦੀਆਂ ਫੌਜਾਂ ਨੇ ਕਤਲ ਨਹੀਂ ਸੀ ਕੀਤਾ, ਕੈਦ ਕਰ ਲਿਆ ਸੀ। 20-22 ਸਾਲ ਅਸੀਂ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਆਏ ਹਾਂ। ਮੈਂ ਤੈਨੂੰ ਵੇਖਦੀ ਸਾਂ, ਪਹਿਚਾਨਣ ਦਾ ਯਤਨ ਕਰਦੀ ਸਾਂ, ਪਰ ਅੱਜ ਤੂੰ ਮੇਰੇ ਨਜ਼ਦੀਕ ਆ ਕੇ ਬੋਲਿਆ ਤੇ ਮੈਨੂੰ ਤੇਰੀ ਪਹਿਚਾਨ ਆਈ ਹੈ। ਤੂੰ ਮੇਰਾ ਬੇਟਾ ਹੈ, ਮੈਂ ਤੇਰੀ ਮਾਂ ਹਾਂ। ਇਹ ਸ਼ਾਹੂਕਾਰ ਨੇ ਗੌਰ ਨਾਲ ਦੇਖਿਆ, ਇਹਨੇ ਆਪਣੀ ਮਾਂ ਨੂੰ ਪਛਾਣ ਲਿਆ। ਵਾਸਤਵ ਵਿੱਚ ਇਹਦੀ ਸੱਕੀ ਮਾਂ ਸੀ। ਇਹ ਮਾਂ ਦੇ ਪੈਰਾਂ ਤੇ ਟਹਿ ਪਿਆ। ਇਹਨੇ ਰੋ ਰੋ ਕੇ ਮਾਂ ਦੇ ਪੈਰ ਧੋ ਦਿੱਤੇ ਹੰਝੂਆਂ ਦੇ ਨਾਲ। ਮੁਆਫੀ ਮੰਗੀ ਕਿ ਮਾਂ, ਮੈਨੂੰ ਮੁਆਫ ਕਰ ਦੇ, ਮੇਰੇ ਘਰ ਵਿੱਚ ਤੂੰ ਝੂਠੇ ਬਰਤਨ ਮਾਂਜਦੀ ਰਹੀ, ਮੈਂ ਤੈਨੂੰ ਕਠੋਰ ਬੋਲਦਾ ਰਿਹਾ, ਮੈਂ ਤੇਰੀਆਂ ਪਸਲੀਆਂ ਤੱਕ ਤੋੜ ਦਿੱਤੀਆਂ, ਮਾਂ ਮੁਆਫ ਕਰ ਦੇ। ਮਾਂ ਨੇ ਬੱਚੇ ਨੂੰ ਗਲੇ ਨਾਲ ਲਾਇਆ, ਨੌਕਰਾਨੀਆਂ ਨੂੰ ਬੁਲਾ ਕੇ ਮਾਤਾ ਦਾ ਇਸ਼ਨਾਨ ਪਾਨ ਕਰਾਇਆ ਤੇ ਆਪ ਇਹ ਸ਼ਾਹੂਕਾਰ ਦੌੜ ਕੇ ਉਸ ਬਜ਼ੁਰਗ ਵੱਲ ਗਿਆ ਜੋ ਗੋਹਾ ਕੂੜਾ ਕਰ ਰਿਹਾ ਸੀ ਤੇ ਜਾ ਕੇ ਕਹਿਣ ਲੱਗਾ, ਐ ਬਜ਼ੁਰਗ ਬਾਪੂ, ਛੱਡ ਦੇ ਇਹ ਗੋਹਾ, ਤੂੰ ਸਾਹਮਣੇ ਬੰਗਲੇ ਦੇ ਅੰਦਰ ਚਲਾ ਜਾ, ਤੈਨੂੰ ਜ਼ਿੰਦਗੀ ਦੀ ਹਰ ਸਹੂਲਤ ਮਿਲੇਗੀ, ਜੀਵਨ ਦਾ ਹਰ ਸੁੱਖ ਮਿਲੇਗਾ। ਅੱਜ ਮੇਰੀ ਜ਼ਿੰਦਗੀ ਦਾ ਖੁਸ਼ੀ ਦਾ ਦਿਨ ਹੈ ਕਿ ਅੱਜ ਮੈਨੂੰ ਮੇਰੀ ਮਾਂ ਮਿਲੀ ਹੈ ਤੇ ਮੈਂ ਚਾਹਨਾ ਮੈਂ ਤੇਰੇ ਵੀ ਹੰਝੂ ਧੋ ਦਿਆਂ। ਬਜ਼ੁਰਗ ਦੀਆਂ ਅੱਖਾਂ ਵਿੱਚ ਹੰਝੂ ਆਏ। ਕਹਿਣ ਲੱਗੇ, ਸ਼ਾਹੂਕਾਰ, ਤੈਨੂੰ ਤੇਰੀ ਮਾਂ ਹੀ ਨਹੀਂ ਮਿਲੀ, ਤੈਨੂੰ ਤੇਰਾ ਬਾਪ ਵੀ ਮਿਲ ਗਿਆ। ਇਸਨੇ ਆਪਣੇ ਬਾਪ ਨੂੰ ਵੀ ਪਛਾਣ ਲਿਆ। ਵਾਸਤਵ ਵਿੱਚ ਇਹਦਾ ਪਿਓ ਸੀ। ਹੁਣ ਇਹ ਕਹਾਣੀ ਹੈ। ਕਹਾਣੀ ਕੀ ਦੱਸਦੀ ਹੈ? ਕਹਾਣੀ ਇਹ ਦੱਸਦੀ ਹੈ ਕਿ ਤਿੰਨੇ ਹੀ ਇੱਕ ਦੂਜੇ ਨੂੰ ਰੋਜ਼ ਵੇਖਦੇ ਨੇ, ਪਰ ਪਹਿਚਾਨ ਨਹੀਂ ਹੈ। ਜੇ ਪਹਿਚਾਨ ਨਹੀਂ ਤਾਂ ਇੱਕ ਬੱਚੇ ਦੇ ਘਰ ਦੇ ਅੰਦਰ ਵੀ ਮਾਂ-ਬਾਪ ਦੀ ਇਹ ਕੰਡੀਸ਼ਨ ਹੋ ਸਕਦੀ ਹੈ, ਪਹਿਚਾਨ ਨਾ ਹੋਣ ਕਰਕੇ। ਤਾਂ ਇਹਦਾ ਮਤਲਬ ਕਿਸੇ ਨੂੰ ਵੇਖਣਾ ਹੀ ਕਾਫੀ ਨਹੀਂ ਹੈ, ਉਹਦੀ ਪਹਿਚਾਨ ਬੜੀ ਜ਼ਰੂਰੀ ਹੈ। ਇਸੇ ਤਰ੍ਹਾਂ ਰੱਬ ਨੂੰ ਵੇਖਣਾ ਹੀ ਕਾਫੀ ਨਹੀਂ, ਰੱਬ ਦੀ ਪਹਿਚਾਨ ਬੜੀ ਜ਼ਰੂਰੀ ਹੈ। ਜੇ ਰੱਬ ਦੀ ਪਹਿਚਾਨ ਨਹੀਂ, ਰੱਬ ਤੁਹਾਡੇ ਸਾਹਮਣੇ ਉਜਾਰਿਆ ਹੋਏਗਾ, ਹੋ ਸਕਦਾ ਹੈ ਰੱਬ ਦੀ ਤੁਸੀਂ ਪੱਗ ਹੀ ਲਾ ਦਿਓ, ਹੋ ਸਕਦਾ ਹੈ ਰੱਬ ਨੂੰ ਤੁਸੀਂ ਗਾਲਾਂ ਕੱਢੋ, ਉਹਦੀ ਲੱਤ ਬਾਂਹ ਤੋੜ ਦਿਓ, ਉਹਦੇ ਨਾਲ ਮਾੜਾ ਬੋਲੋ, ਔਰ ਐਸਾ ਹੀ ਹੋ ਰਿਹਾ ਹੈ। ਗੁਰਬਾਣੀ ਸਾਨੂੰ ਰੱਬ ਦੀ ਪਛਾਣ ਕਰਾਉਂਦੀ ਹੈ। ਜਦੋਂ ਅਸੀਂ ਪੜ੍ਹਦੇ ਆ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਜਦੋਂ ਅਸੀਂ ਪੁੱਛਦੇ ਆ ਨਾ ਵੀ ਰੱਬ ਕੀ ਹੈ, ਤਾਂ ਗੁਰੂ ਜੀ ਕਹਿੰਦੇ ਨੇ, ਜੋ ਦਿਸੈ ਸੋ ਤੇਰਾ ਰੂਪ, ਜੋ ਅਦਿਸ ਰਿਹਾ ਹੈ ਰੱਬ ਦਾ ਹੀ ਰੂਪ ਹੈ। ਭਗਤ ਕਬੀਰ ਜੀ ਤੋਂ ਜਦੋਂ ਪੁੱਛਦੇ ਆ ਤਾਂ ਉਹ ਕਹਿੰਦੇ ਨੇ, ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ।
कबीर पूंगरा राम अल्लाह का सब गुर पीर हमारे, कि जिन्नियां भी मानयोग औरतां और जितने भी मानयोग पुरुष ने, हे प्रभु ये तेरा ही रूप ने। हुन जो दिसे सो तेरा रूप, सबे कट राम बोले। देखो पहचान करा रहे ने ना। ਤਾਂ ਜਿਸ ਦਿਨ ਬੰਦਾ ਬੰਦੇ ਨੂੰ ਰੱਬ ਦੇ ਰੂਪ ਵਿੱਚ ਪਛਾਣਨਾ ਸ਼ੁਰੂ ਕਰ ਦੇਵੇਗਾ, ਜਿਸ ਦਿਨ ਬੰਦਾ ਬੰਦੇ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਸ਼ੁਰੂ ਕਰ ਦੇਵੇਗਾ, ਉਸ ਦਿਨ ਇਸ ਬੰਦੇ ਦਾ ਜੀਵਨ ਸੁਧਰ ਜਾਏਗਾ, ਬਦਲ ਜਾਏਗਾ, ਸੰਸਾਰ ਬਦਲ ਜਾਏਗਾ, ਸਮਾਜ ਬਦਲ ਜਾਏਗਾ, ਪਰਿਵਾਰ ਬਦਲ ਜਾਣਗੇ, ਸੋਚ ਬਦਲ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ, ਜਿਨ ਰਚ ਰਚਿਆ ਤਿਸ ਸ਼ਬਦ ਪਛਾਣੇ। जिसने रचना रची है ना, गुरु दे ज्ञान राही ओदी पहचान करे, ओदे बारे गल्लां ना करी जाए, निरा पहचानन दा यतन करे। हुण सानू जो पहचान कराई जांदी है कि वो उत्ते किते सचखंड विच बैठा है, स्वर्ग विच बैठा है, बैकुंठ विच बैठा है, ਅਸੀਂ ਉਹਨੂੰ ਪਛਾਣਨਾ ਚਾਹੁੰਦੇ ਹਾਂ ਜਿਸਨੇ ਦਸਮ ਦੁਆਰ ਤੋਂ ਪ੍ਰਗਟ ਹੋਣਾ ਹੈ ਸਮਾਧੀਆਂ ਲਾ ਕੇ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਨੇ ਰਚਿਆ ਹੈ ਉਸ ਨੂੰ ਗੁਰੂ ਦੇ ਸ਼ਬਦ ਰਾਹੀਂ ਪਛਾਣੇ। ਤਾਂ ਗੁਰਦੇਵ ਕਹਿੰਦੇ ਨੇ, ਨਾਨਕ ਤਾਂ ਕਾ ਦਾਸੋ ਮੈਂ ਦਾਸ ਹਾਂ ਉਸ ਇਨਸਾਨ ਦਾ। ਗੁਰੂ ਜੀ ਰਹਿਮਤ ਕਰੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਅੰਦਰ ਇਹ ਪਹਿਚਾਨ ਪੈਦਾ ਕਰ ਸਕੀਏ ਔਰ ਅਸੀਂ ਆਪਣੇ ਅੰਦਰ ਵਸਤੇ ਰੱਬ ਨੂੰ, ਉਹਨਾਂ ਗੁਣਾਂ ਨੂੰ ਪਛਾਣੀਏ ਔਰ ਉਹਨਾਂ ਗੁਣਾਂ ਨੂੰ ਪ੍ਰਗਟ ਕਰੀਏ, ਇਸ ਸੋਚ ਨੂੰ ਪ੍ਰਗਟ ਕਰ ਸਕੀਏ, ਹਰ ਇਨਸਾਨ ਕਰ ਸਕੇ। ਅਗਲਾ ਬਚਨ ਕਰਦੇ ਨੇ। ਹੁਣ ਗੁਰੂ ਜੀ ਨੇ ਹਾਲੇ ਇੱਕ ਉੱਤਰ ਦਿੱਤਾ ਹੈ, ਉਹਨਾਂ ਨੇ ਫਿਰ ਸਵਾਲ ਕਰ ਦਿੱਤੇ ਨੇ। ਤਾਂ ਜੋ ਪਿਛਲੇ ਸਵਾਲ ਨੇ ਉਹਨਾਂ ਦਾ ਉੱਤਰ ਅੱਗੇ ਚੱਲ ਕੇ ਗੁਰਦੇਵ ਪਾਤਸ਼ਾਹ ਦੇਣਗੇ। ਸਵਾਲ ਕਰ ਰਹੇ ਨੇ, ਕਹਾਂ ਤੇ ਆਵੇ, ਕਹਾਂ ਇਹ ਜਾਵੇ, ਕਹਾਂ ਇਹ ਰਹਿ ਸਮਾਈ। ਇਹਨੂੰ ਕਹਾਂ ਪੜਨਾ ਹੈ? ਕਹਾਂ ਦਾ ਮਤਲਬ ਕਿੱਥੋਂ। ਤੇ ਇਹ ਦੇ ਹਾਹੇ ਥੱਲੇ ਜੋ ਔਂਕੜ ਹੈ, ਇਹਨੂੰ ਇਹੋ ਨਹੀਂ ਪੜਨਾ, ਇਹ ਪੜਨਾ ਹੈ, ਕਿਉਂਕਿ ਇਹ ਇੱਕ ਵਚਨ ਦਾ ਲਖਾਇਕ ਹੈ, ਸਿੰਗੂਲਰ ਸ਼ਬਦ ਹੈ। ਕਹਾਂ ਤੇ ਆਵੇ, ਕਹਾਂ ਇਹ ਜਾਵੇ, ਕਹਾਂ ਇਹ ਰਹਿ ਸਮਾਈ। ਗੁਰੂ ਜੀ ਤੋਂ ਸਵਾਲ ਪੁੱਛ ਰਹੇ ਨੇ ਕਿ ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ ਔਰ ਕਿੱਥੇ ਟਿਕਿਆ ਰਹਿੰਦਾ ਹੈ। ਭਾਵ ਕਿ ਇਹ ਜ਼ਿੰਦਗੀ ਕਿਵੇਂ ਬਤੀਤ ਕਰਦਾ ਹੈ, ਇਹਦਾ ਜੀਵਨ ਕਿਵੇਂ ਗੁਜ਼ਰਦਾ ਹੈ, ਕਿੱਥੋਂ ਆਇਆ, ਕਿੱਥੇ ਗਿਆ, ਕਿੱਥੇ ਟਿਕਦਾ ਹੈ, ਕਿਹਦੇ ਵਿੱਚ ਲੀਨ ਰਹਿੰਦਾ ਹੈ। ਇਸ ਸ਼ਬਦ ਕੋ ਜੋ ਅਰਥਾਵੇ, ਤਿਸ ਗੁਰ ਤਿਲ ਨਾ ਤਮਾਈ। ਇਹ ਸ਼ਬਦ ਕੋ ਦਾ ਮਤਲਬ ਇਸ ਵਿਚਾਰ ਦਾ, ਇੱਥੇ ਸ਼ਬਦ ਦਾ ਅਰਥ ਵਿਚਾਰ ਹੋਏਗਾ। ਇਸ ਸ਼ਬਦ ਕੋ ਜੋ ਅਰਥਾਵੇ, ਤਿਸ ਗੁਰ ਤਿਲ ਨਾ ਤਮਾਈ। ਜੋ ਇਹ ਗੱਲ ਸਮਝਾ ਦੇਵੇ, ਅਸੀਂ ਉਹਨੂੰ ਆਪਣਾ ਗੁਰੂ ਮੰਨਾਂਗੇ ਤੇ ਇਹ ਸਮਝਾਂਗੇ ਕਿ ਉਸ ਗੁਰੂ ਨੂੰ ਰਤਾ ਵੀ ਲੋਭ ਨਹੀਂ ਹੈ, ਤਿਲ ਜਿੰਨਾ ਵੀ ਤਮਾ ਨਹੀਂ ਹੈ, ਭੋਰਾ ਵੀ ਲਾਲਚ ਨਹੀਂ, ਜਿਹੜਾ ਇਸ ਸ਼ਬਦ ਨੂੰ, ਜਿਹੜਾ ਇਸ ਗੱਲ ਨੂੰ ਸਮਝਾ ਦੇਵੇਗਾ, ਜਿਹੜਾ ਇਸ ਵਿਚਾਰ ਦਾ ਉੱਤਰ ਦੇ ਦੇਵੇਗਾ। ਕਿਹੜਾ ਵਿਚਾਰ? ਕਹਾਂ ਤੇ ਆਵੇ, ਕਹਾਂ ਇਹ ਜਾਵੇ, ਕਹਾਂ ਇਹ ਰਹਿ ਸਮਾਈ। ਜਿਹੜਾ ਇਸ ਵਿਚਾਰ ਨੂੰ ਅਰਥਾਏਗਾ, ਸਮਝਾਏਗਾ, ਅਸੀਂ ਸਮਝਾਂਗੇ ਕਿ ਉਹ ਪੂਰਾ ਗੁਰੂ ਹੈ ਔਰ ਉਸ ਪੂਰੇ ਗੁਰੂ ਨੂੰ ਰੰਚਕ ਮਾਤਰ ਵੀ, ਤਿਲ ਜਿੰਨਾ ਵੀ ਤਮਾ, ਲਾਲਚ ਨਹੀਂ ਹੈ। ਤਮਾਈ ਦਾ ਮਤਲਬ ਤਮਾ, ਲਾਲਚ। ਕਿਉਂ ਤਤੈ ਅਵਿਗਤੈ ਪਾਵੈ, ਗੁਰਮੁਖ ਲੱਗੇ ਪਿਆਰੋ। ਇੱਥੇ ਅਵਿਗਤੈ ਨਹੀਂ ਪੜਨਾ, ਗੱਗੇ ਤੇ ਔਂਕੜ ਲਾ ਕੇ, ਇਹ ਗੱਗੇ ਦੇ ਉੱਤੇ ਅਦਕ ਲਗਾ ਕੇ, ਵਿਗਤੈ, ਵਿਗਤ, ਅਵਿਗਤ, ਅਵਿਗਤੈ। ਕਿਉਂ ਤਤੈ ਅਵਿਗਤੈ ਪਾਵੈ, ਗੁਰਮੁਖ ਲੱਗੇ ਪਿਆਰੋ। ਤਤ ਦਾ ਮਤਲਬ ਅਸਲੀਅਤ, ਤਤ ਦਾ ਮਤਲਬ ਅਸਲੀਅਤ, ਜਗਤ ਦਾ ਅਸਲਾ। ਅਵਿਗਤ ਦਾ ਮਤਲਬ ਅਵਿਅਕਤ, ਵਿਅਕਤੀ ਰਹਿਤ, ਅਦ੍ਰਿਸ਼ਟ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਵਿਅਕਤ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਵੇਖਿਆ ਨਹੀਂ ਜਾ ਸਕਦਾ। ਤਾਂ ਜੀਵ ਜਗਤ ਦੇ ਮੂਲ ਔਰ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਕਿਉਂ ਤਤੈ ਅਵਿਗਤੈ ਪਾਵੈ, ਗੁਰਮੁਖ ਲੱਗੇ ਪਿਆਰੋ। ਕਿ ਜੋ ਜਗਤ ਦਾ ਤੱਤ ਹੈ, ਮੂਲ ਹੈ ਔਰ ਅਵਿਅਕਤ ਹੈ, ਅਦ੍ਰਿਸ਼ਟ ਹੈ, ਉਹਨੂੰ ਇਹ ਜੀਵ ਬੰਦਾ ਕਿਵੇਂ ਪਾ ਲਵੇ, ਉਹਦੀ ਪ੍ਰਾਪਤੀ ਕਿਵੇਂ ਹੋਵੇ? ਗੁਰਮੁਖ ਲੱਗੇ ਪਿਆਰੋ, ਔਰ ਗੁਰੂ ਰਾਹੀਂ ਉਸ ਦੇ ਅੰਦਰ ਪਿਆਰ ਕਿਵੇਂ ਬਣੇ, ਰੱਬੀ ਗੁਣਾਂ ਦੇ ਨਾਲ ਪਿਆਰ ਕਿਵੇਂ ਬਣੇ, ਔਰ ਉਹਨਾਂ ਰੱਬੀ ਗੁਣਾਂ ਨੂੰ ਜੋ ਤੱਤ ਹੈ, ਮੂਲ ਹੈ, ਉਹਨੂੰ ਬੰਦਾ ਕਿਵੇਂ ਪਾਵੇ।
आपे सुरता आपे करता कहो नानक विचारो। सुरता ਦਾ ਮਤਲਬ ਸੁਣਨ ਵਾਲਾ। ਹੁਣ ਸਵਾਲ ਕਰ ਰਹੇ ਨੇ ਕਿ हे ਨਾਨਕ ਸਾਨੂੰ ਉਸ ਪ੍ਰਭੂ ਦੀ ਵਿਚਾਰ ਦੱਸ ਜੋ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਉਹਨਾਂ ਦੀ ਸੁਣਨ ਵਾਲਾ ਹੈ। ਆਪੇ ਸੁਰਤਾ ਦਾ ਮਤਲਬ ਸੁਣਨ ਵਾਲਾ, ਸਾਰ ਲੈਣ ਵਾਲਾ। ਕਰਤਾ ਦਾ ਮਤਲਬ ਰਚਨਹਾਰ, ਜੋ ਸੁਣਨ ਵਾਲਾ ਵੀ ਹੈ ਔਰ ਰਚਨ ਵਾਲਾ ਵੀ ਹੈ। ਸਾਨੂੰ ਉਹਦੀ ਵਿਚਾਰ ਦੱਸ ਕਿ ਆਪ ਹੀ ਰਚਨ ਵਾਲਾ ਤੇ ਆਪ ਹੀ ਸੁਣਨ ਵਾਲਾ, ਇਹ ਵਿਚਾਰ ਸਾਨੂੰ ਦੱਸ। ਹੁਣ ਗੁਰੂ ਜੀ ਉੱਤਰ ਦੇ ਰਹੇ ਨੇ, ਜਿਹੜਾ ਸਵਾਲ ਪੁੱਛਿਆ ਸੀ ਨਾ, ਕਹਾਂ ਤੇ ਆਵੇ ਕਹਾਂ ਇਹ ਜਾਵੇ ਕਹਾਂ ਇਹ ਰਹਿ ਸਮਾਈ, ਤਾਂ ਉੱਤਰ ਦੇ ਰਹੇ ਨੇ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹਿ ਸਮਾਈ। ਰੱਬੀ ਹੁਕਮ ਦੇ ਅੰਦਰ ਇਨਸਾਨ ਜੀਵ ਇਸ ਜਗਤ ਤੇ ਆਉਂਦਾ ਹੈ, ਹੁਕਮ ਵਿੱਚ ਤੁਰ ਜਾਂਦਾ ਹੈ ਔਰ ਹੁਕਮ ਦੇ ਅੰਦਰ ਹੀ ਸਮਾ ਜਾਂਦਾ ਹੈ, ਆਪਣਾ ਜੀਵਨ ਬਤੀਤ ਕਰਦਾ ਹੈ। ਹੁਕਮ ਦੇ ਅੰਦਰ ਹੀ ਸਮਾ ਜਾਂਦਾ ਹੈ। ਸਮਾਈ ਦਾ ਮਤਲਬ ਆਪਣਾ ਜੀਵਨ ਬਿਤਾਉਂਦਾ ਹੈ। ਹੁਕਮ ਵਿੱਚ ਆਇਆ, ਹੁਕਮ ਵਿੱਚ ਗਿਆ, ਹੁਕਮੇ ਰਹਿ ਸਮਾਈ ਦਾ ਮਤਲਬ ਹੁਕਮ ਦੇ ਅੰਦਰ ਹੀ ਸਾਰੀ ਜ਼ਿੰਦਗੀ ਜੀਂਦਾ ਹੈ, ਹੁਕਮ ਤੋਂ ਬਾਹਰ ਨਹੀਂ। ਹੁਣ ਇੱਥੇ ਹੁਕਮ ਦਾ ਮਤਲਬ ਆਰਡਰ ਨਹੀਂ ਹੈ ਕਿ ਉੱਤੋਂ ਕੋਈ ਆਰਡਰ ਦੇਣ ਵਾਲਾ ਵੱਖਰਾ ਹੈ। ਹੁਕਮ ਦਾ ਮਤਲਬ ਸਿਸਟਮ ਹੈ, ਲਾ ਆਫ ਨੇਚਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਿਸ ਬਾਰੇ ਅਸੀਂ ਜਪਜੀ ਸਾਹਿਬ ਵਿੱਚ ਵਿਚਾਰ ਕਰ ਚੁੱਕੇ ਹਾਂ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਤੋਂ ਕਾਇਨਾਤ ਹੋਂਦ ਵਿੱਚ ਆਈ ਹੈ ਉਦੋਂ ਤੋਂ ਇਹ ਨਿਯਮਾਵਲੀ ਹੈ ਚਲੀ ਆ ਰਹੀ ਕਿ ਹਰ ਚੀਜ਼ ਸਿਸਟਮ ਦੇ ਅੰਦਰ ਹੈ। ਇਸ ਦੁਨੀਆ ਵਿੱਚ ਜੋ ਵੀ ਉਤਪਤੀ ਹੋ ਰਹੀ ਹੈ, ਚਾਹੇ ਉਹ ਜੀਵ ਜੰਤ ਨੇ, ਨਿੱਕੇ ਜਿਹੇ ਬੈਕਟੀਰੀਏ ਤੋਂ ਲੈ ਕੇ ਵੱਡੇ ਸਾਰੇ ਹਾਥੀ ਤੱਕ, ਜਾਂ ਖੰਡ ਮੰਡਲ ਬ੍ਰਹਿਮੰਡ ਨੇ, ਪੌਣ ਪਾਣੀ ਬੈਸੰਤਰ ਨੇ, ਸਾਰਾ ਕੁਝ ਸਿਸਟਮ ਦੇ ਅੰਦਰ ਉਪਜ ਰਿਹਾ ਹੈ, ਸਿਸਟਮ ਦੇ ਅੰਦਰ ਚੱਲ ਰਿਹਾ ਹੈ ਔਰ ਸਿਸਟਮ ਦੇ ਅੰਦਰ ਹੀ ਖਤਮ ਹੋ ਰਿਹਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਹੁਕਮ ਦੇ ਅੰਦਰ ਹੀ ਜੀਵ ਆਉਂਦਾ ਹੈ ਔਰ ਹੁਕਮ ਦੇ ਅੰਦਰ ਹੀ ਜੀਵ ਜਿਹੜਾ ਹੈ ਉਹ ਚਲਾ ਜਾਂਦਾ ਹੈ। ਹੁਕਮ ਦੇ ਅੰਦਰ ਹੀ ਆਪਣੇ ਜੀਵਨ ਨੂੰ ਇਹ ਬਤੀਤ ਕਰਦਾ ਹੈ। ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ। ਪੂਰੇ ਗੁਰ ਤੇ, ਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਪ੍ਰਭੂ ਦੇ ਸਿਮਰਨ ਦੀ ਕਮਾਈ ਕਰਦਾ ਹੈ। ਪੂਰੇ ਗੁਰ ਤੇ ਸਾਚ ਕਮਾਵੇ, ਇੱਥੇ ਸਾਚ ਕਮਾਵੇ ਦਾ ਮਤਲਬ ਸੱਚ ਕਮਾਣਾ। ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ, ਪੂਰੇ ਗੁਰੂ ਦੇ ਗਿਆਨ ਰਾਹੀਂ ਬੰਦਾ ਸੱਚ ਦੀ ਕਮਾਈ ਕਰਦਾ, ਸੱਚ ਬੋਲਦਾ ਹੈ, ਸੱਚ ਸੁਣਦਾ ਹੈ, ਸੱਚ ਵੇਖਦਾ ਹੈ, ਸੱਚ ਦਾ ਸੰਗ੍ਰਹਿਣ ਕਰਦਾ ਹੈ, ਮਨ ਬਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ ਹੁੰਦਾ ਹੈ। ਗਤਮਿਤ ਸ਼ਬਦੇ ਪਾਈ, ਗੁਰੂ ਦੇ ਸ਼ਬਦ ਰਾਹੀਂ ਹੀ ਇਹ ਸੂਝ ਮਿਲਦੀ ਹੈ ਕਿ ਪ੍ਰਭੂ ਕਿਹੜਾ ਵੱਡਾ ਹੈ ਔਰ ਕਿਹੋ ਜਿਹਾ ਹੈ। ਗਤ ਦਾ ਮਤਲਬ ਹਾਲਾਤ, ਕਿਹੋ ਜਿਹਾ ਹੈ। ਮਿਤ ਦਾ ਮਤਲਬ ਮਾਪ। ਗੁਰੂ ਸ਼ਬਦ ਰਾਹੀਂ, ਗਿਆਨ ਰਾਹੀਂ ਸਮਝ ਪੈਂਦੀ ਹੈ ਉਹਦੀ ਉੱਚੀ ਅਵਸਥਾ ਦੀ ਔਰ ਉਸ ਦਾ ਮਾਪ ਯਾਨੀ ਬੇਅੰਤਤਾ ਦੀ, ਕਿ ਉਸ ਪ੍ਰਭੂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਗਿਆਨ ਰਾਹੀਂ ਸਾਨੂੰ ਇਹ ਸਮਝ ਆਉਂਦੀ ਹੈ। ਤਾਂ ਜੋ ਹੁਕਮ ਦੀ ਸੂਝ ਹੈ ਉਹ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਆਏਗੀ। ਸ਼ਬਦ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਇੱਕ ਸ਼ਬਦ ਨੂੰ ਵਾਰ-ਵਾਰ ਪੜ੍ਹੀ ਜਾਣਾ ਹੈ ਜਾਂ ਇੱਕ ਸ਼ਬਦ। ਇੱਥੇ ਸ਼ਬਦ ਦਾ ਮਤਲਬ ਹੈ ਉਪਦੇਸ਼, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦੇ ਸਿਧਾਂਤ ਜਿਹੜੇ ਨੇ। ਤਾਂ ਗੁਰੂ ਦੇ ਗਿਆਨ ਰਾਹੀਂ ਜਿਹੜਾ ਮਨੁੱਖ ਸੱਚ ਦੀ ਕਮਾਈ ਕਰਦਾ ਹੈ ਨਾ, ਉਹ ਫਿਰ ਹੁਕਮ ਦੇ ਅੰਦਰ ਲੀਨ ਹੋ ਜਾਂਦਾ ਹੈ ਤੇ ਸੱਚ ਦੀ ਕਮਾਈ ਕੀਤਿਆਂ ਹੀ, ਗੁਰੂ ਸ਼ਬਦ ਰਾਹੀਂ ਹੀ ਉਹਨੂੰ ਪ੍ਰਭੂ ਦੀ ਉੱਚੀ ਅਵਸਥਾ ਦਾ ਪਤਾ ਲੱਗਦਾ ਹੈ ਔਰ ਉਹਦੇ ਮਾਪ ਦਾ ਪਤਾ ਲੱਗਦਾ ਹੈ, ਭਾਵ ਕਿ ਉਹ ਕਿੱਡਾ ਵੱਡਾ ਬੇਅੰਤ ਹੈ। ਉਸ ਦੀ ਅਨੰਤਤਾ ਦਾ ਗਿਆਨ ਗੁਰੂ ਦੇ ਗਿਆਨ ਰਾਹੀਂ ਹੀ ਉਹਨੂੰ ਹੁੰਦਾ ਹੈ। ਹੁਣ ਸਭ ਤੋਂ ਪਹਿਲਾ ਸਵਾਲ ਕੀਤਾ ਸੀ ਨਾ, ਆਦ ਕੋ ਕਵਨ ਵਿਚਾਰ ਕਥੀਲੇ ਸੁਨ ਕਹਾਂ ਕਰਵਾਸੋ। ਉਸ ਦਾ ਉੱਤਰ ਹੁਣ ਦੇ ਰਹੇ ਨੇ। ਪੌੜੀ ਨੰਬਰ 21 ਤੇ 22 ਦਾ ਜਿਹੜਾ ਉੱਤਰ ਹੈ ਉਹ ਇੱਥੇ ਦੇ ਰਹੇ ਨੇ। ਆਦ ਕੋ, ਇੱਥੇ ਵਿਸਰਾਮ ਲਗਾਵਾਂਗੇ। ਬਿਸਮਾਦ ਵਿਚਾਰ ਕਥੀਲੇ ਸੁਨ ਨਿਰੰਤਰ ਵਾਸ ਲਿਆ। ਆਦ ਕੋ ਦਾ ਮਤਲਬ ਸ਼ੁਰੂਆਤ, ਬਿਸਮਾਦ ਦਾ ਮਤਲਬ ਵਿਸਮਾਦ, ਵੰਡਰਫੁਲ, ਅਸ਼ਚਰਜ ਜੋ ਬਿਆਨ ਨਾ ਕੀਤਾ ਜਾ ਸਕੇ। ਅਸ਼ਚਰਜ
ਵਿਸਮਾਦ ਦਾ ਮਤਲਬ ਅਚਰਜ, ਵੰਡਰਫੁਲ, ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਸੁਨ ਦਾ ਮਤਲਬ ਅਫੁਰ, ਯਾਨੀ ਨਿਰਗੁਣ ਸਰੂਪ, ਜਦੋਂ ਆ ਸੰਸਾਰ ਹੋਂਦ ਵਿੱਚ ਨਹੀਂ ਸੀ ਆਇਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸ੍ਰਿਸ਼ਟੀ ਦੇ ਮੁੱਢ ਦਾ ਵਿਚਾਰ ਤਾਂ ਅਚਰਜ ਹੀ ਕਿਹਾ ਜਾ ਸਕਦਾ ਹੈ। ਯਾਨੀ ਅਚਰਜ ਸੀ, ਉਸ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ, ਹੈਰਾਨ ਹੋਇਆ ਜਾ ਸਕਦਾ ਹੈ। ਹੁਣ ਇਸ ਕਾਇਨਾਤ ਜਿਹੜੀ ਹੈ, ਸੰਸਾਰ ਵੱਲ ਅਸੀਂ ਵੇਖੀਏ ਔਰ ਅਸੀਂ ਆਪਣੀ ਸੁਰਤ ਨੂੰ ਉੱਥੇ ਲੈ ਜਾਵੀਏ ਕਿ ਜਦੋਂ ਇਹ ਸੰਸਾਰ ਹੋਂਦ ਵਿੱਚ ਨਹੀਂ ਸੀ, ਤਾਂ ਉਹਦੇ ਬਾਰੇ ਕੀ ਕਹੋਗੇ? ਉਹਦੇ ਬਾਰੇ ਕੋਈ ਲਫ਼ਜ਼ ਨਹੀਂ ਹਨ। ਬੰਦਾ ਉਹਦੇ ਬਾਰੇ ਹੈਰਾਨ ਹੀ ਹੋ ਸਕਦਾ ਹੈ, ਉਹਨੂੰ ਅਨੁਭਵ ਤਾਂ ਕਰ ਸਕਦਾ ਹੈ, ਮਾਣ ਸਕਦਾ ਹੈ, ਫੀਲ ਕਰ ਸਕਦਾ ਹੈ, ਪਰ ਉਹਨੂੰ ਬਿਆਨ ਨਹੀਂ ਕਰ ਪਾਏਗਾ। ਨਿੱਕੀ ਜੀ ਗੱਲ ਹੈ, ਦੇਖੋ ਗੁਲਾਬ ਦਾ ਫੁੱਲ ਹੈ ਨਾ, ਤਾਂ ਗੁਲਾਬ ਦੇ ਫੁੱਲ ਨੂੰ ਵੇਖ ਕੇ ਬੰਦਾ ਕਹਿੰਦਾ ਹੈ ਕਿ ਗੁਲਾਬ ਬੜਾ ਸੁੰਦਰ ਹੈ, ਤੇ ਦੇ ਪੁੱਛੀਏ ਕਿ ਕਿੰਨਾ ਸੋਹਣਾ ਹੈ ਗੁਲਾਬ, ਤਾਂ ਕੀ ਕਹੋਗੇ? ਇਹੀ ਕਵਾਂਗੇ ਨਾ ਕਿ ਬੜਾ ਸੋਹਣਾ ਹੈ। ਹੁਣ ਸੁੰਦਰਤਾ ਨੂੰ ਨਾਪਿਆ ਤੇ ਨਹੀਂ ਜਾ ਸਕਦਾ, ਨਾ ਕਿਲੋਗ੍ਰਾਮ ਨਾਲ, ਨਾ ਮੀਟਰਾਂ ਦੇ ਨਾਲ, ਨਾ ਲੀਟਰਾਂ ਦੇ ਨਾਲ, ਸਿਰਫ ਮਾਣਿਆ ਜਾ ਸਕਦਾ ਹੈ। ਤਾਂ ਸਾਹਮਣੇ ਦਿਸਦੀ ਸੁੰਦਰਤਾ ਨੂੰ ਅਸੀਂ ਬਿਆਨ ਨਹੀਂ ਕਰ ਪਾਉਂਦੇ, ਮਾਣ ਸਕਦੇ ਹਾਂ। ਤਾਂ ਜਿੱਥੇ ਅਦ੍ਰਿਸ਼ਟ ਹੈ, ਜਿੱਥੇ ਕੋਈ ਰੂਪ ਰੇਖ ਰੰਗ ਹੈ ਹੀ ਨਹੀਂ, ਜੋ ਸਾਡੀ ਗਿਆਨ ਇੰਦਰੀਆਂ ਦੀ ਪਹੁੰਚ ਪਕੜ ਤੋਂ ਪਰੇ ਹੈ, ਉਹਨੂੰ ਬਿਆਨ ਕਿਵੇਂ ਕਰਾਂਗੇ? ਵਿਸਮਾਦ ਹੋਇਆ ਜਾ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਮੁੱਢ ਹੈ ਨਾ, ਸ੍ਰਿਸ਼ਟੀ ਦਾ ਮੁੱਢ ਹੈ, ਉਹਦੀ ਵਿਚਾਰ ਵਿਸਮਾਦ ਪੈਦਾ ਕਰਦੀ ਹੈ, ਹੈਰਾਨ ਹੋਇਆ ਜਾ ਸਕਦਾ ਹੈ। ਸੁਣ ਲਿਆ ਤਦੋਂ ਇੱਕ ਰਸ ਅਫੁਰ ਪ੍ਰਭੂ ਦਾ ਹੀ ਵਜੂਦ ਸੀ, ਉਹਦਾ ਹੀ ਵਾਸ ਸੀ, ਅਫੁਰ ਸੀ, ਨਿਰਗੁਣ ਸੀ, ਔਰ ਉਹ ਨਿਰਗੁਣ ਆਪਣੇ ਆਪ ਦੇ ਅੰਦਰ ਸਮਾਇਆ ਹੋਇਆ ਸੀ। ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਲੇ, ਘਟ ਘਟ ਸਾਚਾ ਸਰਬ ਜੀਆਂ। ਤਾਂ ਅਕਲਪਤ ਮੁਦਰਾ, ਹੁਣ ਇੱਥੇ ਕਹਿ ਰਹੇ ਨੇ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਲੇ, ਘਟ ਘਟ ਸਾਚਾ ਸਰਬ ਜੀਆਂ। ਕਲਪਤ ਦਾ ਮਤਲਬ ਹੁੰਦਾ ਹੈ ਬਣਾਈ ਹੋਈ, ਕਲਪਿਤ, ਨਕਲੀ ਜਾਂ ਫਰਜੀ। ਤੇ ਅਕਲਪਤ ਜਦੋਂ ਅਸੀਂ ਅੱਗੇ ਐੜਾ ਲਗਾ ਦਿੰਦੇ ਆ ਤੇ ਉਹਦਾ ਮਤਲਬ ਅਸਲੀ। ਮੁਦਰਾ ਦਾ ਮਤਲਬ ਸਾਧਨ। ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਲੇ, ਗਿਆਨ ਦਾ ਅਸਲੀ ਜੋ ਸਾਧਨ ਹੈ ਨਾ, ਉਹ ਇਹ ਹੈ ਕਿ ਸਤਿਗੁਰ ਤੋਂ ਮਿਲਿਆ ਹੋਇਆ ਗਿਆਨ ਹੋਵੇ। ਸਤਿਗੁਰ ਤੋਂ ਮਿਲਿਆ ਹੋਇਆ ਗਿਆਨ ਭਾਵ ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰ ਦੀ ਸ਼ਰਨ ਹੈ। ਜੇ ਅਸੀਂ ਗਿਆਨ ਹਾਸਲ ਕਰਨਾ ਚਾਹੁੰਦੇ ਹਾਂ ਨਾ, ਤਾਂ ਉਸ ਗਿਆਨ ਦਾ ਜੋ ਅਸਲੀ ਸਾਧਨ ਹੈ ਉਹ ਹੈ ਗੁਰੂ। ਗੁਰੂ ਦੇ ਚਰਨਾਂ ਦੀ ਸ਼ਰਨ ਤੋਂ ਬਿਨਾਂ ਸਾਨੂੰ ਗਿਆਨ ਦੀ ਦਾਤ ਜਿਹੜੀ ਉਹ ਮਿਲ ਨਹੀਂ ਸਕਦੀ। ਗੁਰੂ ਦੀ ਚਰਨਾਂ ਦੀ ਸ਼ਰਨ ਲੈਣੀ ਹੀ ਗਿਆਨ ਦਾ ਅਸਲੀ ਸਾਧਨ ਹੈ। ਘਟ ਘਟ ਸਾਚਾ ਸਰਬ ਜੀਆਂ, ਹਰੇਕ ਘਟ ਵਿੱਚ ਸਾਰੇ ਜੀਆਂ ਦੇ ਅੰਦਰ ਕਾਇਮ ਰਹਿਣ ਵਾਲਾ ਪ੍ਰਭੂ ਆਪ ਵਸਦਾ ਹੈ। ਹਰ ਹਿਰਦੇ ਵਿੱਚ, ਹਰ ਜੀਵ ਜੰਤ ਵਿੱਚ ਪ੍ਰਭੂ ਆਪ ਵਸ ਰਿਹਾ ਹੈ। ਇਹ ਗੁਰੂ ਦੇ ਗਿਆਨ ਰਾਹੀਂ ਸਾਨੂੰ ਸਮਝ ਆਏਗੀ। ਜੇ ਚੀਜ਼ਾਂ ਸਮਝ ਆ ਜਾਣ ਨਾ ਸਾਨੂੰ, ਆਮ ਬੰਦੇ ਨੂੰ, ਤਾਂ ਫਿਰ ਜਿਹੜੇ ਵਾਦ ਵਿਵਾਦ ਨੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਕਿੰਨੇ ਸਾਰੇ ਵਿਤਕਰੇ ਮਿਟ ਜਾਣਗੇ। ਫਿਰ ਤਾਂ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਵਾਲੀ ਅਵਸਥਾ ਹੋਏਗੀ, ਹਰ ਹਿਰਦੇ ਦੇ ਅੰਦਰ ਹੈ। ਹੁਣ ਪ੍ਰੋਬਲਮ ਸਾਡੀ ਇਹ ਹੈ, ਸਾਰੇ ਆਮ ਧਰਮਾਂ ਦੇ ਲੋਕਾਂ ਦੀ, ਕਿ ਕਹਿੰਦੇ ਸਾਰੇ ਧਰਮੀ ਬੰਦੇ ਇਹੀ ਨੇ ਕਿ ਸਾਰਿਆਂ ਦੇ ਵਿੱਚ ਰੱਬ ਵਸਦਾ ਹੈ। ਹਿੰਦੂ ਵੀ ਕਹਿ ਰਹੇ ਨੇ, ਸਿੱਖ ਵੀ, ਮੁਸਲਮਾਨ ਵੀ, ਈਸਾਈ, ਜੈਨੀ, ਬੁੱਧੀ ਵੀ, ਸਾਰੇ ਕਹਿ ਰਹੇ ਨੇ, ਅਸੀਂ ਵੀ ਕਹਿ ਰਹੇ ਹਾਂ, ਮੈਂ ਵੀ ਕਹਿਣਾ, ਤੁਸੀਂ ਵੀ ਕਹਿੰਦੇ ਹੋ ਕਿ ਸਾਰਿਆਂ ਦੇ ਅੰਦਰ ਰੱਬ ਵਸਦਾ ਹੈ। ਪਰ ਸਾਡੇ ਮਿਲਵਰਤਨ ਵਿੱਚ, ਪ੍ਰੈਕਟੀਕਲੀ ਲਾਈਫ ਦੇ ਅੰਦਰ ਇਹ ਚੀਜ਼ ਨਹੀਂ ਹੈ ਕਿ ਅਸੀਂ ਸਾਰਿਆਂ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰੀਏ, ਸਾਰਿਆਂ ਦੇ ਨਾਲ ਰੱਬ ਵਰਗਾ ਵਿਹਾਰ, ਸਤਿਕਾਰ, ਪਿਆਰ ਕਰੀਏ। ਇਹ ਨਹੀਂ ਹੈ ਨਾ। ਤਾਂ ਗੁਰੂ ਗਿਆਨ ਰਾਹੀਂ ਸਾਨੂੰ ਇਹਨਾਂ ਚੀਜ਼ਾਂ ਦੀ ਸੂਝ ਔਰ ਸਮਝ ਆਉਂਦੀ ਹੈ ਕਿ ਹਰ ਜੀਵ ਦੇ ਅੰਦਰ ਉਹ ਪ੍ਰਭੂ ਵਸ ਰਿਹਾ ਹੈ। ਹੁਣ ਅਵਿਅਕਤ ਜੋ ਪ੍ਰਭੂ ਹੈ, ਉਹਦੇ ਅੰਦਰ ਕਿਵੇਂ ਸਮਾਇਆ ਜਾਏ,
ਕਿਵੇਂ ਉਹਨੂੰ ਪਾਇਆ ਜਾਂਦਾ ਹੈ? ਰੱਬ ਨੂੰ ਪਾਣਾ ਕੀ ਹੈ? ਗੁਰ ਬਚਨੀ ਅਵਿਗਤ ਸਮਾਈਐ, ਤਤ ਨਿਰੰਜਨ ਸਹਿਜ ਲਹਿ। ਅਵਿਗਤ ਦਾ ਮਤਲਬ ਅਵਿਅਕਤ, ਅਦ੍ਰਿਸ਼ਟ, ਜਿਹਨੂੰ ਵਿਅਕਤ ਨਹੀਂ ਕੀਤਾ ਜਾ ਸਕਦਾ। ਸਹਿਜ ਦਾ ਮਤਲਬ ਅਡੋਲਤਾ। ਤਾਂ ਅਦ੍ਰਿਸ਼ਟ ਪ੍ਰਭੂ ਵਿੱਚ ਸਤਿਗੁਰ ਦੇ ਸ਼ਬਦ ਰਾਹੀਂ ਲੀਨ ਹੋਈਦਾ ਹੈ, ਗੁਰੂ ਗਿਆਨ ਰਾਹੀਂ। ਇਹਨੂੰ ਸਿੰਪਲ ਲੈਂਗੁਏਜ ਵਿੱਚ ਅਸੀਂ ਇੰਝ ਸਮਝ ਸਕਦੇ ਹਾਂ, ਜਿਸਨੇ ਗੁਰੂ ਦੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲਿਆ, ਉਹਨਾਂ ਗੁਣਾਂ ਨੂੰ ਪਾ ਲਿਆ, ਸਮਝ ਲਓ ਉਹਨੇ ਰੱਬ ਨੂੰ ਹੀ ਪਾ ਲਿਆ ਹੈ। ਰੱਬ ਕੋਈ ਵੱਖਰਾ ਨਹੀਂ ਕਿ ਉੱਤੋਂ ਆਣ ਕੇ ਤੁਹਾਡੇ ਸਾਹਮਣੇ ਪ੍ਰਗਟ ਹੋਏਗਾ, ਜਾਂ ਸਿਰ ਦੇ ਵਿੱਚੋਂ ਨਿਕਲ ਕੇ ਬਾਹਰ ਪ੍ਰਗਟ ਹੋਏਗਾ, ਜਾਂ ਉਹ ਚਾਨਣਾ ਬਣ ਕੇ ਖਲੋਏਗਾ, ਜਾਂ ਉਹ ਬੰਦਾ ਬਣ ਕੇ ਖਲੋਏਗਾ। ਐਸਾ ਨਹੀਂ ਹੈ। ਗੁਣ ਨੇ ਰੱਬ ਦੇ, ਉਹਨਾਂ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ। ਤਾਂ ਗੁਰਬਚਨੀ ਅਵਿਗਤ ਸਮਾਈਐ, ਆਪਣੀ ਸੁਰਤ ਨੂੰ ਉਹਨਾਂ ਗੁਣਾਂ ਦੇ ਵਿੱਚ ਲੀਨ ਕਰ ਦੇਣਾ। ਗੁਰੂ ਦੇ ਬਚਨਾਂ ਰਾਹੀਂ, ਸਤਿਗੁਰ ਦੇ ਗਿਆਨ ਰਾਹੀਂ, ਉਪਦੇਸ਼ ਰਾਹੀਂ ਬੰਦਾ ਉਸ ਵਿਆਪਕ ਪ੍ਰਭੂ ਦੇ ਅੰਦਰ ਲੀਨ ਹੋ ਜਾਂਦਾ ਹੈ, ਆਪਣੀ ਸੁਰਤ ਨੂੰ ਉਹਨਾਂ ਗੁਣਾਂ ਵਿੱਚ ਲੀਨ ਕਰ ਲੈਂਦਾ ਹੈ। ਤਤ ਨਿਰੰਜਨ ਸਹਿਜ ਲਹਿ। ਤਤ ਦਾ ਮਤਲਬ ਜਿਹੜਾ ਸੰਸਾਰ ਦਾ ਮੂਲ ਤੱਤ ਹੈ, ਮੂਲ ਤੱਤ। ਨਿਰੰਜਨ ਦਾ ਮਤਲਬ ਨਿਰਅੰਜਨ, ਮਾਇਆ ਦੀ ਮੈਲ ਤੋਂ ਰਹਿਤ। ਲਹਿ ਦਾ ਮਤਲਬ ਲੱਭ ਲੈਂਦਾ ਹੈ। ਉਹ ਜਗਤ ਦੇ ਮੂਲ ਮਾਇਆ ਦੀ ਮੈਲ ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ। ਇਹ ਚੀਜ਼ ਹੁਣ ਸਮਝਣ ਵਾਲੀ ਹੈ। ਰੱਬ ਹੈ ਕਾਲਕ ਤੋਂ ਰਹਿਤ, ਯਾਨੀ ਜਿਸ ਦੇ ਉੱਤੇ ਕਾਲਕ ਹੈ ਨਾ, ਉਹ ਰੱਬ ਨਹੀਂ ਹੈ। ਤੇ ਕਾਲਕ ਦੇ ਦਾਗ ਧੱਬਿਆਂ ਤੋਂ ਜੋ ਰਹਿਤ ਹੈ, ਉਹ ਚੀਜ਼ ਰੱਬ ਹੈ। ਅਸੀਂ ਉਹ ਚੀਜ਼ ਨੂੰ ਪਾਣਾ ਹੈ ਜੋ ਕਾਲਕ ਤੋਂ ਰਹਿਤ ਤੇ ਅਸੀਂ ਵੈਸੇ ਬਣਨਾ ਹੈ। ਤਾਂ ਉਹ ਕਾਲਕ ਕਿਹੜੀ ਹੈ? ਮਾਇਆ, ਜਿਸ ਬਾਰੇ ਅਸੀਂ ਰੋਜ਼ ਵਿਚਾਰ ਕਰਦੇ ਹਾਂ ਕਿ ਉਹ ਸਾਡੀ ਸੋਚ, ਉਹ ਸਾਡੀ ਬਿਰਤੀ, ਜਿਹੜੀ ਸੋਚ ਸਾਨੂੰ ਹਰ ਇਨਸਾਨ ਦੇ ਅੰਦਰ ਰੱਬ ਨਹੀਂ ਵੇਖਣ ਦਿੰਦੀ, ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ। ਸਾਡੀ ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਸਾਡੀ ਉਹ ਸੋਚ ਜੋ ਸਾਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ, ਇਹ ਸੋਚ ਮਾਇਆ ਹੈ। ਤੇ ਇਸ ਸੋਚ ਤੋਂ ਬਾਹਰ ਆ ਜਾਣਾ ਹੀ ਪ੍ਰਭੂ ਦੀ ਪ੍ਰਾਪਤੀ ਹੈ। ਤਾਂ ਗੁਰੂ ਦੇ ਬਚਨਾਂ ਰਾਹੀਂ ਬੰਦਾ ਇਸ ਸੋਚ ਤੋਂ ਬਾਹਰ ਆ ਜਾਂਦਾ ਹੈ ਔਰ ਮਾਇਆ ਦੀ ਮੈਲ ਤੋਂ ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ, ਉਹਦੇ ਅੰਦਰ ਸਮਾ ਜਾਂਦਾ ਹੈ, ਉਹਦੀ ਸੁਰਤ ਉਹਨਾਂ ਸ਼ੁਭ ਗੁਣਾਂ ਵਿੱਚ ਸਮਾ ਜਾਂਦੀ ਹੈ। ਨਾਨਕ ਦੂਜੀ ਕਾਰ ਨਾ ਕਰਨੀ, ਇੱਥੇ ਨਾਨਕ ਤੇ ਰੁਕਾਂਗੇ। ਨਾਨਕ ਦੂਜੀ ਕਾਰ ਨਾ ਕਰਨੀ, ਸੇਵੈ ਸਿੱਖ ਸੋ ਖੋਜ ਲਹਿ। ਸਿੱਖ ਤੇ ਥੋੜਾ ਵਿਸ਼ਰਾਮ ਲਗਾਵਾਂਗੇ। ਸੇਵੈ ਸਿੱਖ ਸੋ ਖੋਜ ਲਹਿ। ਇੱਥੇ ਸਿੱਖ ਦੇ ਖੱਖੇ ਥੱਲੇ ਔਂਕੜ ਹੈ, ਇਹਦਾ ਮਤਲਬ ਹੈ ਸਿੰਗੂਲਰ ਸ਼ਬਦ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਿਰੰਜਨ ਨੂੰ ਲੱਭਣ ਲਈ ਦੂਜੀ ਕਾਰ ਨਾ ਕਰਨੀ, ਗੁਰੂ ਦੇ ਸ਼ਬਦ ਉਪਦੇਸ਼ ਤੋਂ ਇਲਾਵਾ ਦੂਜਾ ਕੋਈ ਕੰਮ ਨਹੀਂ ਕਰਨਾ। ਕੋਈ ਕਾਰ ਕਰਨ ਦੀ ਲੋੜ ਨਹੀਂ ਹੈ ਦੂਜੀ। ਨਾਨਕ ਦੂਜੀ ਕਾਰ ਨਾ ਕਰਨੀ, ਕੋਈ ਵੀ ਕਾਰ। ਉਸ ਕਾਰ ਵਿੱਚ ਵਰਤ, ਨਰਾਤੇ, ਸਰਾਧ, ਸੰਸਾਰ ਨੂੰ ਛੱਡਣਾ, ਵਾਧੂ ਦੀਆਂ ਸਮਾਧੀਆਂ ਲਾਣੀਆਂ, ਮਾਲਾਵਾਂ ਫੇਰਨੀਆਂ, ਭੂਰਿਆਂ ਵਿੱਚ ਵੜ ਜਾਣਾ, ਤੀਰਥਾਂ ਦੇ ਉੱਤੇ ਵਿਚਰਨਾ, ਹੋਰ ਅਨੇਕਾਂ ਕਰਮ ਨੇ ਨਾ ਜੋ ਰੱਬ ਨੂੰ ਪਾਉਣ ਲਈ ਲੋਕ ਕਰ ਰਹੇ ਨੇ। ਇਹ ਕਰਮ ਕਰਨ ਦੀ ਲੋੜ ਨਹੀਂ ਹੈ। ਗੁਰੂ ਸ਼ਬਦ ਮੁਤਾਬਕ ਜ਼ਿੰਦਗੀ ਜੀਣ ਦੀ ਜ਼ਰੂਰਤ ਹੈ। ਜਿਵੇਂ ਆਪਾਂ 6 ਗੱਲਾਂ ਸਾਂਝੀਆਂ ਕੀਤੀਆਂ ਨੇ ਨਾ, ਅੱਖਾਂ ਦੇ ਨਾਲ ਹਰ ਧੀ ਭੈਣ ਨੂੰ ਧੀ ਭੈਣ ਕਰਕੇ ਜਾਣਨਾ, ਕੰਨਾਂ ਦੇ ਨਾਲ ਸੱਚ ਸੁਣਨਾ, ਜ਼ਬਾਨ ਨਾਲ ਸੱਚੇ ਪਿਆਰੇ ਬੋਲ ਬੋਲਣੇ, ਹੱਥਾਂ ਦੇ ਨਾਲ ਦਸਾਂ ਨਵਾਂ ਦੀ ਧਰਮ ਦੀ ਕਿਰਤ ਕਰਨੀ, ਪੈਰਾਂ ਦੇ ਨਾਲ ਸੱਚੇ ਰਾਹਾਂ ਤੇ ਜਾਣਾ, ਔਰ ਮਨ ਕਰਕੇ ਸੱਚ ਦੀ ਆਰਾਧਨਾ ਕਰਨੀ। ਇਹ ਕਾਰ ਹੈ, ਗੁਰੂ ਨੇ ਇਹ ਕਾਰ ਦੱਸੀ ਹੈ। ਇਸ ਕਾਰ ਤੋਂ ਇਲਾਵਾ ਹੋਰ ਕੋਈ ਕੰਮ ਰੱਬ ਦੀ ਪ੍ਰਾਪਤੀ ਵਾਸਤੇ ਕਰਨ ਦੀ ਲੋੜ ਨਹੀਂ ਕਿ ਰੱਬ ਖੀਰ ਕੜਾ ਖਵਾਉਣ ਦੇ ਨਾਲ ਰਾਜੀ ਹੋ ਜਾਏਗਾ, ਰੱਬ ਨੂੰ ਫੁੱਲਾਂ ਦਾ ਗਮਲਾ ਦਾ ਗੁਲਦਸਤਾ ਭੇਟ ਕਰੋਗੇ ਤੇ ਉਹ ਖੁਸ਼ ਹੋ ਜਾਏਗਾ। ਐਵੇਂ ਨਹੀਂ। ਨਾਨਕ ਦੂਜੀ ਕਾਰ ਨਾ ਕਰਨੀ, ਸੇਵੈ ਸਿੱਖ। ਸੇਵੈ ਸਿੱਖ ਦਾ ਮਤਲਬ ਜੋ ਸੇਵਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਗੁਰੂ ਦੇ ਆਸ਼ੇ ਅਨੁਸਾਰ ਸੇਵਾ ਕਰਦਾ ਹੈ। ਖੋਜ ਲਹਿ ਦਾ ਮਤਲਬ ਉਹ ਭਾਲ ਲੈਂਦਾ ਹੈ, ਉਹ ਲੱਭ ਲੈਂਦਾ ਹੈ, ਉਹ ਰੱਬ ਦੇ ਅੰਦਰ ਲੀਨ ਹੋ ਜਾਂਦਾ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਸੇਵਾ ਕਰਦਾ ਹੈ। ਤੇ ਸੇਵਕ ਦੇ ਅੰਦਰ ਕੁਝ ਗੁਣ ਨੇ, ਸੇਵਕ ਦੀਆਂ ਕੁਝ ਕੁਆਲਿਟੀਆਂ ਨੇ, ਉਹਨੂੰ ਹੀ ਅਸੀਂ ਸੇਵਕ ਕਹਿ ਸਕਦੇ ਹਾਂ।
ਉਹਦੇ ਬਾਰੇ ਆਪਾਂ ਆਸਾ ਕੀ ਵਾਰ ਵਿੱਚ ਖੁੱਲੀ ਵਿਚਾਰ ਕਰ ਚੁੱਕੇ ਹਾਂ ਕਿ 8-9 ਕੁ ਗੁਣ ਨੇ ਸੇਵਕ ਦੇ ਅੰਦਰ। ਉਹਦੇ ਅੰਦਰ ਸੰਤੋਖ ਹੋਵੇ, ਸੱਚ ਹੋਵੇ, ਮੰਦੇ ਪਾਸੇ ਉਹ ਪੈਰ ਨਾ ਧਰਦਾ ਹੋਵੇ, ਦਸਾਂ ਨਵਾਂ ਦੀ ਧਰਮ ਦੀ ਕਿਰਤ ਕਰਦਾ ਹੋਵੇ, ਆਪਣੇ ਫਰਜ਼ਾਂ ਨੂੰ ਉਹ ਪੂਰਿਆਂ ਕਰੇ, ਵੰਡ ਕੇ ਛਕੇ, ਉਹਦੇ ਅੰਦਰ ਸਕਾਰਾਤਮਕ ਸੋਚ ਹੋਵੇ, ਉਹਨੇ ਆਪਣੀਆਂ ਲੋੜਾਂ ਨੂੰ ਸੀਮਤ ਕੀਤਾ ਹੋਇਆ ਹੋਵੇ, ਤਾਂ ਉਹ ਬੰਦਾ ਅਸਲ ਦੇ ਅੰਦਰ ਸੇਵਕ ਹੈ। ਉਹ ਬੰਦਾ ਰੱਬ ਦੇ ਅੰਦਰ ਮਿਲਿਆ ਹੋਇਆ ਹੀ ਕਿਹਾ ਜਾਏਗਾ। ਇਸ ਲਈ ਹੋਰ ਜੋ ਕਰਮਕਾਂਡ ਨੇ ਉਹ ਕਰਨ ਦੀ ਲੋੜ ਨਹੀਂ ਹੈ। ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸੇਵਕ ਬਣ ਕੇ ਤੇ ਉਹ ਪ੍ਰਭੂ ਦੇ ਅੰਦਰ ਬੰਦਾ ਲੀਨ ਹੋ ਜਾਂਦਾ ਹੈ। ਹੁਕਮ ਵਿਸਮਾਦ ਹੁਕਮ ਪਛਾਣੈ, ਜੀ ਜੁਗਤ ਸੱਚ ਜਾਣੈ ਸੋਈ। ਹੁਕਮ ਵਿਸਮਾਦ, हे ਨਾਨਕ ਹੁਕਮ ਮੰਨਣਾ ਅਚਰਜ ਖਿਆਲ ਹੈ। ਭਾਵ ਕਿ ਇਹ ਖਿਆਲ ਕਿ ਗੁਰੂ ਦੇ ਹੁਕਮ ਵਿੱਚ ਤੁਰਿਆ ਅਵਗਤ ਵਿੱਚ ਸਮਾ ਜਾਈਦਾ, ਇਹ ਹੈਰਾਨਗੀ ਪੈਦਾ ਕਰਦਾ ਹੈ। ਜਾਂ ਅਸੀਂ ਕਹਿ ਸਕਦੇ ਹਾਂ ਹੁਕਮ ਵਿਸਮਾਦ, ਅਦਭੁਤ ਹੈ ਉਹਦੀ ਰਜ਼ਾ ਜੋ ਖੁਦ ਹੀ ਸਰੋਤਾ ਔਰ ਵਿਚਾਰਤਾਰਾ ਹੈ, ਸਿਰਜਣਹਾਰ ਹੈ। ਜੀ ਜੁਗਤ ਸੱਚ ਜਾਣੈ ਸੋਈ, ਕੇਵਲ ਉਹ ਆਪਣੇ ਫੁਰਮਾਨ ਨੂੰ ਜਾਣਦਾ ਹੈ ਔਰ ਜੀਵਾਂ ਦੀ ਜੀਵਨ ਰੋ ਰੀਤ ਨੂੰ ਐਨ ਸੱਚੀ ਤਰ੍ਹਾਂ ਸਮਝਦਾ ਹੈ। ਤਾਂ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ हे ਨਾਨਕ ਹੁਕਮ ਮੰਨਣਾ ਇੱਕ ਅਚਰਜ ਖਿਆਲ ਹੈ। ਇਹ ਖਿਆਲ ਕਿ ਗੁਰੂ ਦੇ ਹੁਕਮ ਵਿੱਚ ਤੁਰਿਆ ਅਵਿਅਕਤ ਦੇ ਅੰਦਰ ਸਮਾ ਜਾਈਦਾ, ਇਹ ਹੈਰਾਨਗੀ ਪੈਦਾ ਕਰਦਾ ਨਾ ਕਿ ਐਵੇਂ ਕਿਵੇਂ ਸਮਾ ਜਾਵਾਂਗੇ, ਕਿ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਰੱਬ ਵਿੱਚ ਸਮਾ ਜਾਈਦਾ, ਹੈਰਾਨਗੀ ਪੈਦਾ ਕਰਦਾ ਨਾ। ਪਰ ਗੁਰੂ ਜੀ ਕਹਿੰਦੇ ਨੇ, ਪਰ ਜੋ ਮਨੁੱਖ ਹੁਕਮ ਵਿੱਚ ਤੁਰ ਕੇ ਹੁਕਮ ਨੂੰ ਪਛਾਣਦਾ ਹੈ, ਜੋ ਮਨੁੱਖ ਹੁਕਮ ਨੂੰ ਪਹਿਚਾਣ ਕੇ ਹੁਕਮ ਦੇ ਅੰਦਰ ਤੁਰਦਾ ਹੈ, ਸਹੀ ਜੁਗਤ ਦੇ ਸੱਚ ਨੂੰ ਜਾਣ ਲੈਂਦਾ, ਜੀਵਨ ਦੀ ਸਹੀ ਜੁਗਤ ਨੂੰ ਜਾਣ ਲੈਂਦਾ। ਉਹਦੇ ਜੀਵਨ ਦੀ ਜੁਗਤ ਬਦਲ ਜਾਂਦੀ ਹੈ, ਜੀਵਨ ਦਾ ਢੰਗ ਬਦਲ ਜਾਂਦਾ। ਦੇਖੋ ਇਸ ਦੁਨੀਆ ਦੇ ਅੰਦਰ ਕਿੰਨੇ ਧਰਮੀ ਲੋਕ ਨੇ। ਮੇਰੇ ਖਿਆਲ 'ਚ 15-20% ਲੋਕ ਨੇ ਜਿਹੜੇ ਨਾਸਤਿਕ ਨੇ, ਜੋ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। 80-85% ਲੋਕ ਨੇ ਜੋ ਰੱਬ ਦੀ ਹੋਂਦ ਨੂੰ ਮੰਨਦੇ ਨੇ ਔਰ ਕਿਸੇ ਨਾ ਕਿਸੇ ਧਰਮ ਨੂੰ ਮੰਨਦੇ ਨੇ, ਚਾਹੇ ਉਹ ਹਿੰਦੂ ਨੇ, ਮੁਸਲਮਾਨ ਨੇ, ਸਿੱਖ ਨੇ, ਈਸਾਈ ਨੇ, ਜੈਨੀ ਨੇ, ਬੋਧੀ ਨੇ, ਪਾਰਸੀ ਨੇ, ਕੋਈ ਵੀ ਨੇ, ਕਿਸੇ ਵੀ ਧਰਮ ਵਿੱਚ ਵਿਸ਼ਵਾਸ ਰੱਖਦੇ ਨੇ ਨਾ। ਤਾਂ ਜੋ ਧਾਰਮਿਕ ਬੰਦੇ ਨੇ, ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ ਕਿਸੇ ਵੀ ਢੰਗ ਦੇ ਨਾਲ, ਉਹਨਾਂ ਦੇ ਅੰਦਰ ਤੇ ਕੋਈ ਦੋਸ਼ ਨਹੀਂ ਹੋਣਾ ਚਾਹੀਦਾ। ਉਹ ਤੇ ਸੱਚੇ ਸੁੱਚੇ ਪਿਆਰ ਵਾਲੇ ਇਨਸਾਨ ਹੋਣੇ ਚਾਹੀਦੇ ਨੇ ਨਾ। ਤਾਂ ਇਹਦਾ ਮਤਲਬ ਇਸ ਦੁਨੀਆ ਦੇ ਅੰਦਰ 80-85% ਚੰਗਿਆਈਆਂ ਚਾਹੀਦੀਆਂ ਨੇ, 80-85% ਚੰਗਿਆਈਆਂ ਚਾਹੀਦੀਆਂ ਨੇ। ਪਰ ਐਸਾ ਹੈ ਨਹੀਂ ਨਾ। ਗੁਰਦੁਆਰਿਆਂ ਚੋਂ ਜੁੱਤੀਆਂ ਚੁੱਕੀਆਂ ਜਾਂਦੀਆਂ ਨੇ, ਮੰਦਰਾਂ ਚੋਂ ਜੁੱਤੀਆਂ ਚੁੱਕੀਆਂ ਜਾਂਦੀਆਂ ਨੇ, ਮਸੀਤਾਂ ਚੋਂ ਜੁੱਤੀਆਂ ਚੁੱਕੀਆਂ ਜਾਂਦੀਆਂ ਨੇ। ਤਾਂ ਧਰਮ ਕਿੱਥੇ ਗਿਆ? ਰਿਸ਼ਵਤਖੋਰੀ, ਚੋਰ ਬਜ਼ਾਰੀ, ਦਾਜ ਦਹੇਜ, ਜਾਤੀਵਾਦ, ਮੇਰ ਤੇਰ, ਵਿਤਕਰੇ, ਲੜਾਈਆਂ, ਦੰਗੇ, ਫਸਾਦ ਜਿੰਨੇ ਧਰਮ ਦੇ ਨਾਮ ਤੇ ਨੇ ਉਹਨੇ ਕਿਤੇ ਵੀ ਨਹੀਂ। ਤਾਂ ਫਿਰ ਧਰਮ ਕਿੱਥੇ ਗਿਆ? ਤਾਂ ਧਰਮ ਸਾਨੂੰ ਜੀਵਨ ਦੀ ਸਹੀ ਜੁਗਤ ਸਿਖਾਉਂਦਾ ਹੈ। ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦੇ ਹੁਕਮ ਨੂੰ ਪਛਾਣ ਲੈਂਦਾ ਨਾ, ਅਸਲ ਦੇ ਅੰਦਰ ਉਹ ਜੀਵਨ ਦੀ ਸਹੀ ਜੁਗਤ ਨੂੰ ਪਛਾਣ ਲੈਂਦਾ ਹੈ। ਉਹ ਗੁਰੂ ਤੋਂ ਵੇ ਆਫ ਲਾਈਫ ਸਿੱਖਦਾ ਹੈ, ਜੀਵਨ ਦਾ ਢੰਗ ਸਿੱਖਦਾ ਹੈ। ਉਹਦੇ ਜੀਵਨ ਦਾ ਢੰਗ ਬਦਲ ਜਾਂਦਾ ਹੈ, ਉਹਦੇ ਜੀਵਨ ਦੇ ਢੰਗ ਵਿੱਚ ਮਹਾਨਤਾ ਆ ਜਾਂਦੀ ਹੈ। ਆਪ ਮੇਟ ਨਿਰਾਲਮ ਹੋਵੇ, ਅੰਤਰ ਸਾਚ ਜੋਗੀ ਕਹੀਏ ਸੋਈ। ਇਹਦਾ ਵਿਸ਼ਰਾਮ ਫਿਰ ਦੁਬਾਰਾ ਸੁਣ ਲਓ। ਆਪ ਮੇਟ ਨਿਰਾਲਮ ਹੋਵੇ, ਅੰਤਰ ਸਾਚ ਜੋਗੀ ਕਹੀਏ ਸੋਈ। ਆਪ ਮੇਟ ਦਾ ਮਤਲਬ ਆਪਾ ਭਾਵ ਮਿਟਾ ਕੇ ਦੁਨੀਆ ਵਿੱਚ ਰਹਿੰਦਾ ਹੋਇਆ ਵੀ ਦੁਨੀਆ ਤੋਂ ਵੱਖਰਾ ਰਹਿੰਦਾ ਹੈ, ਕਿਉਂਕਿ ਉਹਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਸੱਚ ਕਾਇਮ ਹੈ। ਤੇ ਐਸਾ ਮਨੁੱਖ ਜੋਗੀ ਅਖਵਾਨ ਦਾ ਹੱਕਦਾਰ ਹੈ। ਆਪ ਮੇਟ ਨਿਰਾਲਮ ਹੋਵੇ, ਆਪਾ ਭਾਵ ਆਪਣੀ ਈਗੋ ਨੂੰ ਮਿਟਾ ਕੇ। ਤੇ ਈਗੋ ਬਾਰੇ ਆਪਾਂ ਵਿਚਾਰ ਕਰ ਚੁੱਕੇ ਹਾਂ ਨਾ ਉਹਦੇ ਵਿੱਚ ਇਨਫੀਰੀਓਰਿਟੀ ਕੰਪਲੈਕਸ, ਨਾ ਉਹਦੇ ਵਿੱਚ ਸੁਪਰੀਓਰਿਟੀ ਕੰਪਲੈਕਸ। ਆਪੇ ਭਾਵ ਨੂੰ ਮਿਟਾ ਕੇ, ਵਖਰੇਵੇਂ ਨੂੰ ਮਿਟਾ ਕੇ ਦੁਨੀਆ ਦੇ ਅੰਦਰ ਰਹਿੰਦਾ ਹੋਇਆ ਨਿਰਲੇਪ ਰਹਿੰਦਾ ਹੈ, ਜਿਵੇਂ ਕਮਲ ਦਾ ਫੁੱਲ ਹੈ ਪਾਣੀ ਵਿੱਚ। ਤਾਂ ਉਹ ਇਨਸਾਨ ਜੋ ਦੁਨੀਆ ਦੇ ਅੰਦਰ ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ, ਜਿਹਦੇ ਅੰਦਰ ਈਰਖਾ, ਦਵੇਸ਼, ਵੈਰ ਵਿਰੋਧ, ਹੰਕਾਰ ਵਗੈਰਾ ਨਹੀਂ ਹਨ,
ਜਿਹਦੇ ਅੰਦਰ ਬਿਲਕੁਲ ਸੱਚ ਟਿਕਿਆ ਹੋਇਆ ਹੈ, ਜਿਸ ਦੀ ਮੈਂਟੈਲਿਟੀ ਸੱਚੀ ਹੈ, ਜਿਸ ਦੇ ਬੋਲ ਸੱਚੇ ਨੇ, ਜਿਹਦਾ ਵਿਹਾਰ ਸੱਚਾ ਹੈ, ਗੁਰੂ ਜੀ ਕਹਿੰਦੇ ਨੇ ਉਹਨੂੰ ਜੋਗੀ ਕਿਹਾ ਜਾ ਸਕਦਾ ਹੈ। ਜੋਗੀ ਦਾ ਮਤਲਬ ਜੁੜਿਆ ਹੋਇਆ। ਹੋਰ ਕੋਈ ਭੇਖ ਧਾਰਨ ਦੇ ਨਾਲ ਜੋਗੀ ਨਹੀਂ ਬਣ ਜਾਂਦਾ, ਭੇਖ ਧਾਰਨ ਦੇ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ। ਜੇ ਤਾਂ ਭੇਖ ਧਾਰਨ ਦੇ ਨਾਲ ਧਰਮੀ ਹੁੰਦਾ ਹੋਵੇ ਨਾ, ਫਿਰ ਤਾਂ ਇਸ ਦੁਨੀਆ ਵਿੱਚ ਅਨੰਤ ਲੋਕ ਧਰਮੀ ਨੇ। ਧਰਮੀ ਉਹਨੂੰ ਕਿਹਾ ਜਾ ਸਕਦਾ ਹੈ ਜਿਸ ਦੇ ਅੰਦਰ ਵਿਕਾਰ ਨਹੀਂ ਹਨ, ਜਿਸ ਦੇ ਅੰਦਰ ਸੱਚ ਟਿਕਿਆ ਹੋਇਆ ਹੈ, ਜਿਸ ਦੀ ਮੈਂਟੈਲਿਟੀ ਸੱਚੀ ਹੈ, ਜਿਸ ਦੇ ਬੋਲ ਸੱਚੇ ਨੇ, ਜਿਸ ਦਾ ਵਿਹਾਰ ਸੱਚਾ ਹੈ, ਜੋ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਦਾ ਹੈ, ਉਹ ਧਰਮੀ ਹੈ। ਉਹਨੂੰ ਅਸੀਂ ਜੋਗੀ ਕਹਿ ਸਕਦੇ ਹਾਂ। ਤੇ ਉਹ ਕੋਈ ਪੈਂਟ ਸ਼ਰਟ ਵਾਲਾ ਵੀ ਹੋ ਸਕਦਾ ਹੈ, ਉਹ ਕੋਈ ਚਾਦਰ ਵਾਲਾ ਵੀ ਹੋ ਸਕਦਾ ਹੈ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਧਰਮ ਦੀ ਪਰਿਭਾਸ਼ਾ ਆਪਾਂ ਲਿਖੀ ਸੀ ਨਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਤਾਂ ਜੋ ਇਹ ਜੋਗੀਓ ਜੋ ਆਪਣੇ ਆਪੇ ਨੂੰ ਮਿਟਾ ਲੈਂਦਾ ਹੈ, ਸੰਸਾਰ ਅੰਦਰ ਰਹਿੰਦਾ, ਕਿਰਤਕਾਰ ਕਰਦਾ ਹੋਇਆ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਦਾ ਹੈ, ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ, ਜਿਸ ਦੇ ਅੰਦਰ ਸੱਚ ਟਿਕਿਆ ਹੋਇਆ ਹੈ, ਉਹਨੂੰ ਅਸਲੀ ਜੋਗੀ ਕਿਹਾ ਜਾ ਸਕਦਾ ਹੈ। ਤਾਂ ਇੱਥੇ ਜੋਗੀਆਂ ਨੂੰ ਉਪਦੇਸ਼ ਕਰ ਰਹੇ ਨੇ ਔਰ ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਕਰ ਰਹੇ ਨੇ ਕਿ ਪ੍ਰਭੂ ਮਿਲਾਪ ਲਈ ਚੰਗੀ ਜ਼ਿੰਦਗੀ ਜੀਣ ਵਾਸਤੇ ਸੰਸਾਰ ਨੂੰ ਛੱਡਣ ਦੀ ਲੋੜ ਨਹੀਂ, ਗ੍ਰਸਤ ਨੂੰ ਤਿਆਗਣ ਦੀ ਲੋੜ ਨਹੀਂ, ਪਹਾੜਾਂ ਤੇ ਜਾਣ ਦੀ ਲੋੜ ਨਹੀਂ, ਗੁਫਾਵਾਂ ਵਿੱਚ ਵੜਨ ਦੀ ਲੋੜ ਨਹੀਂ, ਮਾਲਾ ਫੇਰਨ ਦੀ ਲੋੜ ਨਹੀਂ, ਭੋਰਿਆਂ ਵਿੱਚ ਵੜਨ ਦੀ ਲੋੜ ਨਹੀਂ, ਵੱਖਰੇ ਪਹਿਨਾਵੇ ਪਹਿਨਣ ਦੀ ਲੋੜ ਨਹੀਂ। ਸਗੋਂ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਦਿਆਂ ਵਿਕਾਰਾਂ ਤੋਂ ਰਹਿਤ ਹੋ ਕੇ, ਗੁਣਾਂ ਦੇ ਧਾਰਨੀ ਹੋ ਕੇ ਜ਼ਿੰਦਗੀ ਜੀਣ ਦੀ ਜ਼ਰੂਰਤ ਹੈ। ਤੇ ਇਹ ਸਾਰੇ ਦਾ ਸਾਰਾ ਗਿਆਨ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਮਿਲਦਾ ਹੈ। ਇਸ ਲਈ ਜ਼ਰੂਰਤ ਹੈ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵਾਂ ਨੂੰ ਵਿਚਾਰੀਏ ਔਰ ਅਰਥ ਭਾਵਾਂ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰੀਏ।